ਜੈ ਮਸੀਹ ਦੀ ਭੈਣੋ ਤੇ ਭਰਾਵੋ, ਪ੍ਰਭੂ ਤੁਹਾਨੂੰ ਸਭ ਨੂੰ ਬਹੁਤ 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 ਬਰਕਤ ਦੇਵੇ। ਗੋਡ ਬਲੈਸ ਯੂ ਸਾਰਿਆਂ ਨੂੰ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਸ ਵਰਸ਼ਿਪ ਦੇ ਲਈ, ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਸ ਸੇਵਾ ਦੇ ਲਈ। ਆਓ ਅੱਜ ਆਪਾਂ ਸਿੱਧਾ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੇ ਆਪਾਂ ਈਸਟਰ ਮਨਾਇਆ, ਗੁੱਡ ਫਰਾਈਡੇ ਮਨਾਇਆ, ਰੈਸੁਰੈਕਸ਼ਨ ਸੰਡੇ ਮਨਾਇਆ। ਪ੍ਰਭੂ ਦੇ ਬਣਾਓ ਅੱਜ ਆਪਾਂ ਪਰਮੇਸ਼ਰ ਦੇ ਵਚਨ ਦੀ ਗਹਿਰਾਈ ਦੇ ਵਿੱਚ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਜਿਹੜਾ ਸਾਰਾ ਸੁਨੇਹਾ ਆ ਅੱਜ ਹੀ ਪੂਰੀ ਤਰ੍ਹਾਂ ਨਾਲ ਆਪਾਂ ਨੂੰ ਅੰਡਰਸਟੈਂਡ ਕਰ ਸਕੀਏ। ਅੱਜ ਮੈਂ ਤੁਹਾਡੇ ਨਾਲ 5 ਸਟੇਜਿਸ ਸ਼ੇਅਰ ਕਰਾਂਗਾ, ਜਾਨੀ ਕਿ 5 ਵੱਖਰੇ ਥਾਂ ਜਿੱਥੇ ਪ੍ਰਭੂ ਯਿਸੂ ਮਸੀਹ ਜੀ ਗਏ ਸਲੀਬ ਤੋਂ ਉਤਰ ਕੇ। ਹੁਣ ਆਪਾਂ ਨੂੰ ਪਤਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਆਪਣੇ ਪਾਪ ਚੁੱਕ ਲਏ ਤੇ ਆਪਣੀਆਂ ਬਿਮਾਰੀਆਂ ਚੁੱਕ ਲਈਆਂ ਤੇ ਸਲੀਬ ਦੇ ਉੱਤੇ ਪਾਪ ਦਾ ਨਾਸ਼ ਕਰ ਦਿੱਤਾ, ਬਿਮਾਰੀਆਂ ਦਾ ਨਾਸ਼ ਕਰ ਦਿੱਤਾ, ਸ਼ੈਤਾਨ ਦਾ ਨਾਸ਼ ਕਰ ਦਿੱਤਾ ਤੇ ਨਰਕਾਂ ਦਾ ਵੀ ਨਾਸ਼ ਕਰ ਦਿੱਤਾ, ਕਿਉਂਕਿ ਦੂਸਰੀ ਮੌਤ ਦੇ ਦਰਵਾਜ਼ੇ ਹੁਣ ਚਰਚ ਵਾਸਤੇ ਖੁੱਲੇ ਨਹੀਂ ਰਹਿ ਸਕਦੇ। ਸੋ ਪ੍ਰਭੂ ਦੇ ਬੜਾ ਉਹ ਸਮਾਂ ਸੀਗਾ ਜਿਸ ਦਿਨ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਚੜੇ ਹੋਏ ਸੀਗੇ। ਤਕਰੀਬਨ ਸਵੇਰ ਦੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤਾਈਂ 6 ਘੰਟੇ ਪ੍ਰਭੂ ਯਿਸੂ ਮਸੀਹ ਜੀ ਸਲੀਬ ਤੇ ਰਹੇ ਤੇ ਤਕਰੀਬਨ 3 ਵਜੇ ਜਾ ਕੇ ਪ੍ਰਭੂ ਯਿਸੂ ਮਸੀਹ ਜੀ ਨੇ ਆਪਣਾ ਆਖਰੀ ਸਾਹ ਲਿਆ ਤੇ ਆਪਣੀ ਰੂਹ ਜਿਹੜੀ ਸੀਗੀ ਉਹ ਪਰਮੇਸ਼ਰ ਨੂੰ ਦੇ ਦਿੱਤੀ। ਤੇ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਸਰੀਰ ਨੂੰ ਉਤਾਰ ਕੇ ਉਹਨੂੰ ਲਪੇਟ ਕੇ ਚੰਗੀ ਤਰੀਕੇ ਦੇ ਨਾਲ ਇੱਕ ਕਬਰ ਦੇ ਵਿੱਚ ਰੱਖ ਦਿੱਤਾ ਤੇ ਕਬਰ ਦੇ ਮੂਹਰੇ ਇੱਕ ਪੱਥਰ ਰੱਖ ਦਿੱਤਾ। ਲੇਕਿਨ ਆਓ ਦੇਖੀਏ ਆਪਾਂ ਕਿ ਪ੍ਰਭੂ ਯਿਸੂ ਸਲੀਬ ਤੋਂ ਉਤਰ ਕੇ ਕਿੱਥੇ ਜਾਂਦੇ ਨੇ। ਹੁਣ ਤੁਸੀਂ ਕਹੋ ਬਸ ਜੀ ਇਹ ਕਿੱਦਾਂ ਹੋ ਗਿਆ, ਕਿੱਥੇ ਜਾਂਦੇ ਨੇ? ਪ੍ਰਭੂ ਯਿਸੂ ਮਸੀਹ ਦਾ ਸਲੀਬ ਤੋਂ ਉਤਰ ਕੇ, ਤੁਸੀਂ ਆਖਿਆ ਵੀ ਸਲੀਬ ਤੋਂ ਉਤਾਰ ਕੇ ਉਹਨਾਂ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਕਬਰ ਦੇ ਵਿੱਚ ਰੱਖ ਦਿੱਤਾ। ਹਾਂ, ਉਹ ਪ੍ਰਭੂ ਯਿਸੂ ਮਸੀਹ ਜੀ ਦੇ ਸਰੀਰ ਦੀ ਗੱਲ ਹੋ ਰਹੀ ਆ। ਲੇਕਿਨ ਜਿਹੜੀ ਪ੍ਰਭੂ ਯਿਸੂ ਦੀ ਜਾਨ ਸੀ, ਪ੍ਰਭੂ ਯਿਸੂ ਮਸੀਹ ਜੀ ਦੀ ਜਿਹੜੀ ਸੋਲ ਸੀ, ਉਹ ਜਦੋਂ ਪ੍ਰਭੂ ਨੇ ਆਖਰੀ ਸਾਹ ਲਿਆ, ਉਹ ਜਾਨ ਸਰੀਰ ਤੋਂ ਨਿਕਲ ਕੇ ਕਿੱਥੇ ਜਾਂਦੀ ਆ? ਸੋ ਪਹਿਲੀ ਸਟੇਜ ਆਪਣੀ ਕਿ ਪ੍ਰਭੂ ਯਿਸੂ ਮਸੀਹ ਜੀ ਦੀ ਜਾਨ, ਪ੍ਰਭੂ ਯਿਸੂ ਮਸੀਹ ਜੀ ਦੀ ਸੋਲ, ਖੁਦ ਪ੍ਰਭੂ ਯਿਸੂ ਮਸੀਹ ਉਸ ਸਰੀਰ ਤੋਂ ਉਤਰ ਕੇ ਵਚਨ ਕਹਿੰਦਾ ਆ ਥੱਲੇ ਜਾਂਦੇ ਨੇ, ਧਰਤੀ ਦੇ ਥੱਲੇ, ਧਰਤੀ ਦੀ ਗਹਿਰਾਈ ਦੇ ਵਿੱਚ ਜਾਂਦੇ ਨੇ। ਪ੍ਰਭੂ ਦਾ ਵਚਨ ਆਪਾਂ ਨੂੰ ਕਲੀਅਰਲੀ ਬਿਆਨ ਕਰਦਾ ਹੈਗਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਸਲੀਬ ਤੋਂ ਉਤਰ ਕੇ ਧਰਤੀਆਂ ਦੀ ਪੂਰੀ ਗਹਿਰਾਈ ਦੇ ਵਿੱਚ ਜਾਂਦੇ ਨੇ। ਤੇ ਪੜਾਂਗੇ ਆਪਾਂ ਪਰਮੇਸ਼ਰ ਦਾ ਵਚਨ ਪੜਾਂਗੇ। ਆਓ ਦੇਖੀਏ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਪ੍ਰਭੂ ਯਿਸੂ ਸਲੀਬ ਤੋਂ ਉਤਰ ਕੇ ਸਭ ਤੋਂ ਪਹਿਲਾਂ ਕਿੱਥੇ ਜਾਂਦੇ ਹੈਗੇ ਨੇ। ਆਓ ਪੜਾਂਗੇ ਆਪਾਂ। ਪਹਿਲਾ ਵਰਸ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚ, ਇਫਸੀਆਂ ਦਾ 4 ਚੈਪਟਰ, ਉਹਦਾ ਵਰਸ 9 ਤੇ ਵਰਸ 10 ਦੇਖਾਂਗੇ। ਪ੍ਰਾਪਤ ਕਰੋ ਇਫੀਸ਼ੀਅਨ ਚੈਪਟਰ 4 ਵਰਸ 9 ਐਂਡ ਵਰਸ 10 ਪੰਜਾਬੀ ਚ। ਜੀ ਹਾਂ, ਅਫਸੀਆਂ 4 ਦਾ 9 ਤੇ 10 ਉਚਾਈਆਂ ਤੇ ਚੜ ਗਿਆ ਦਾ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਧਰਤੀ ਦੇ ਹੇਠਲੇ ਭਾਗਾਂ ਵਿੱਚ ਗਿਆ। ਇਸ ਲਈ ਜੋ ਹੇਠਾਂ ਗਿਆ ਉਹੀ ਹੈ ਜੋ ਉੱਪਰ ਸਭ ਅਸਮਾਨਾਂ ਵਿੱਚ ਵੀ ਗਿਆ, ਕਿ ਉਹ ਸਭ ਨੂੰ ਪੂਰਨ ਕਰੇ। ਵਾਓ, ਦੇਖਿਆ ਤੁਸੀਂ? ਵਚਨ ਕਹਿੰਦਾ ਹੈ ਕਿ ਪਰਮੇਸ਼ਰ ਪ੍ਰਭੂ ਯਿਸੂ ਸਵਰਗਾਂ ਦੀ ਉਚਾਈਆਂ ਚੜ ਗਏ, ਲੇਕਿਨ ਉਹ ਤੋਂ ਪਹਿਲਾਂ ਸਵਰਗਾਂ ਦੀ ਉਚਾਈਆਂ ਜਾਣ ਤੋਂ ਪਹਿਲਾਂ ਉਹ ਧਰਤੀ ਦੇ ਗਹਿਰਾਈ 'ਚ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਸਲੀਬ ਤੋਂ ਉਤਰ ਕੇ ਹੇਡੀਜ਼ ਵਿੱਚ ਜਾਂਦੇ ਨੇ, ਜਾਨੀ ਕਿ ਪੰਜਾਬੀ ਵਿੱਚ ਜਿਹੜਾ ਨਰਕਾਂ ਦੇ ਵਿੱਚ ਜਾਂਦੇ ਨੇ। ਸਲੀਬ ਤੋਂ ਉਤਰ ਕੇ ਨਰਕਾਂ ਵਿੱਚ ਜਾਂਦੇ ਨੇ, ਪਹਿਲੀ ਸਟੇਜ ਆ। ਜਦੋਂ ਹੇਡੀਜ਼ ਦੀ ਗੱਲ ਕੀਤੀ ਜਾਂਦੀ ਹੈ ਬਾਈਬਲ ਦੇ ਵਿੱਚ, ਪ੍ਰਭੂ ਦੇ ਬਣੋ, ਇਹ ਵਰਡ ਜਿਹੜਾ ਯੂਜ਼ ਕੀਤਾ ਜਾਂਦਾ ਹੇਡੀਜ਼, ਇਹ ਗ੍ਰੀਕ ਵਰਡ ਹੈ। ਇਹਦੇ ਨਾਲ ਹੀ ਇਹਦਾ ਇੱਕ ਹੋਰ ਸਿਮਿਲਰ ਵਰਡ ਯੂਜ਼ ਕੀਤਾ ਜਾਂਦਾ ਹੈਗਾ ਜਿਹਨੂੰ ਸਿਓਲ ਕਹਿੰਦੇ ਨੇ। ਇਹ ਅਬਰਾਨੀਆਂ ਦਾ ਵਰਡ ਆ। ਇਹ ਇੱਕ ਥਾਂ ਸੀ ਧਰਤੀ ਦੇ ਥੱਲੇ, ਹੇਡੀਜ਼, ਜਿਹੜੇ ਦੋ ਪਾਰਟ ਸੀਗੇ। ਇੱਕ ਨੂੰ ਨਰਕ ਕਹਿੰਦੇ ਸੀਗੇ, ਦੂਸਰੇ ਨੂੰ ਅਬਰਾਮ ਦੀ ਗੋਦ ਕਹਿੰਦੇ ਸੀ। ਉਹ ਜਿਹੜੀ ਅਬਰਾਮ ਦੀ ਗੋਦ ਆ ਉਹਨੂੰ ਪੈਰਾਡਾਈਜ਼ ਵੀ ਕਹਿ ਦਿੰਦੇ ਨੇ। ਤੇ ਜਦੋਂ ਪ੍ਰਭੂ ਯਿਸੂ ਮਸੀਹ ਸਵਰਗਾਂ ਤੋਂ ਉਤਰ ਕੇ ਉਹ ਧਰਤੀ ਤੋਂ ਉਤਰ ਕੇ ਥੱਲੇ ਉਤਰਦੇ ਨੇ, ਸਲੀਬ ਤੋਂ ਉਤਰ ਕੇ ਥੱਲੇ ਨੂੰ ਜਾਂਦੇ ਨੇ ਹੇਡੀਜ਼ ਦੇ ਵਿੱਚ, ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਜੀ ਭਰਾਵੋ ਤੇ ਭੈਣੋ ਉਹ ਇਸ ਹੇਡੀਜ਼ ਵਿੱਚ ਜਾਂਦੇ ਨੇ। ਜਾ ਕੇ ਜਿਹੜੇ ਪੈਰਾਡਾਈਜ਼ ਵਿੱਚ ਜਿੰਨੇ ਵੀ ਲੋਕ ਸੀਗੇ ਉਹਨਾਂ ਨੂੰ ਜਾ ਕੇ ਪ੍ਰਚਾਰ ਕਰਦੇ ਨੇ, ਉਹਨੂੰ ਦੱਸਦੇ ਨੇ ਕਿ ਮੈਂ ਆ ਗਿਆ ਆ, ਉਹਨਾਂ ਨੂੰ ਦੱਸਦੇ ਆ ਕਿ ਮੈਂ ਜਿੱਤ ਪ੍ਰਾਪਤ ਕਰ ਲਈ ਆ, ਉਹਨਾਂ ਨੂੰ ਦੱਸਦੇ ਨੇ ਕਿ ਮੈਂ ਸਲੀਬ ਦੇ ਉੱਤੇ ਆਪਣੀ ਜਾਨ ਦੇ ਦਿੱਤੀ ਆ, ਪਾਪ ਦਾ ਨਾਸ਼ ਕਰ ਦਿੱਤਾ ਹੈਗਾ ਆ, ਸ਼ੈਤਾਨ ਨੂੰ ਡਿਸਟਰੋਏ ਕਰ ਦਿੱਤਾ ਹੈਗਾ ਆ। ਮੈਂ ਸੋਚ ਸਕਦਾ ਹਾਂ ਕਿ ਉੱਥੇ ਬੜੀਆਂ ਧੁੰਮਾਂ ਮਚਾਈਆਂ ਜਾ ਰਹੀਆਂ ਸੀ ਉਸ ਪੈਰਾਡਾਈਜ਼ ਦੇ ਵਿੱਚ, ਅਬਰਾਮ ਦੀ ਗੋਦ ਵਿੱਚ। ਉਹ ਲੋਕ ਸੀਗੇ ਜਿਹਦਾ ਹਾਬੇਲ ਤੋਂ ਲੈ ਕੇ ਜਿਹੜਾ ਪ੍ਰਭੂ ਯਿਸੂ ਦੇ ਨਾਲ ਚੋਰ ਡਾਕੂ ਲਟਕਿਆ ਹੋਇਆ ਸੀਗਾ, ਉਹਦੀ ਮੌਤ ਵੀ ਹੋਈ।
ਉੱਥੇ ਤੱਕ ਲੋਕ ਜਿਹੜੇ ਸੀਗੇ ਸਾਰੇ ਉਹ ਥੱਲੇ ਜਾਂਦੇ ਹੈਗੇ ਨੇ ਹਨਾ। ਤੇ ਪ੍ਰਭੂ ਦੇ ਬੜਾ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਜਾ ਕੇ ਉਹਨਾਂ ਨੂੰ ਪ੍ਰਚਾਰ ਕਰਦੇ ਹੈਗੇ ਨੇ, ਉਹਨਾਂ ਨੂੰ ਦੱਸਦੇ ਨੇ, ਖੁਸ਼ਖਬਰੀ ਦਿੰਦੇ ਹੈਗੇ ਨੇ। ਤੇ ਉਹ ਤੋਂ ਬਾਅਦ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਪਰਮੇਸ਼ਰ ਨੇ ਵਿਜ਼ਿਟ ਕੀਤੀ ਇੱਕ ਹੋਰ ਥਾਂ, ਜਿੱਥੇ ਪ੍ਰਭੂ ਦਾ ਵਚਨ ਕਹਿੰਦਾ ਹੈ ਜਿਹਨੂੰ ਆਖਿਆ ਗਿਆ ਤਾਰਤਰਸ ਕਿਹਾ ਜਾਂਦਾ ਆ। ਇਹ ਆਪਾਂ 2 ਪੀਟਰ ਚੈਪਟਰ 2 ਵਰਸ 4 ਦੇ ਵਿੱਚ ਦੇਖ ਸਕਦੇ ਆ। ਤਾਰਤਰਸ ਇੱਕ ਉਹ ਥਾਂ ਸੀ ਜਿੱਥੇ ਜਿਹੜੇ ਦੂਤ ਸ਼ੈਤਾਨ ਦੇ ਨਾਲ ਮਿਲ ਕੇ ਬਗਾਵਤ ਕੀਤੀ ਸੀ ਜਿਨ੍ਹਾਂ ਨੇ ਰੱਬ ਦੇ ਖਿਲਾਫ। ਸੋ ਜੈਨੇਸਿਸ ਚੈਪਟਰ 6 ਦੇ ਵਿੱਚ ਇਹ ਤਾਰਤਰਸ ਵਿੱਚ ਇੱਕ ਐਸੇ ਭਿਅੰਕਰ ਦੂਤ ਬਦਰੂਆਂ ਬੰਦ ਕੀਤੀਆਂ ਹੋਈਆਂ ਨੇ, ਪ੍ਰਿਜ਼ਨ ਦੇ ਵਿੱਚ ਨੇ, ਜਿੱਥੇ ਉਹਨਾਂ ਨੂੰ ਸ਼ੈਤਾਨ ਨੇ ਲਾਇਆ ਹੋਇਆ ਵੀ ਨਹੀਂ ਰੱਬ ਨੇ ਕੁਝ ਨਹੀਂ ਕਰਨਾ, ਵੀ ਅਸੀਂ ਹੋਈ ਮੈਂ ਜਿੱਤੇ ਲੈਣਾ ਸਾਰਾ ਕੁਝ, ਵੀ ਸਾਰਾ ਕੁਝ ਮੇਰਾ ਹੀ ਹੋ ਜਾਣਾ, ਤੁਸੀਂ ਫਿਕਰ ਨਾ ਕਰੋ। ਜਾ ਕੇ ਪ੍ਰਭੂ ਯਿਸੂ ਉੱਥੇ ਉਹਨਾਂ ਨੂੰ ਪ੍ਰੋਕਲੇਮ ਕਰਦੇ ਨੇ, ਵਚਨ ਲਿਖਿਆ ਪ੍ਰੀਚ ਕਰਦੇ ਨੇ। ਪ੍ਰੀਚ ਮਤਲਬ ਆ ਨਹੀਂ ਕਿ ਉਹ ਰਿਪੈਂਟ ਹੋਣ ਜਾਂ ਉਹਨਾਂ ਨੂੰ ਮੁਕਤੀ ਮਿਲੇ ਜਾਂ ਉਹਨਾਂ ਨੂੰ ਇੱਕ ਹੋਰ ਜਗ੍ਹਾ, ਹੋਰ ਇੱਕ ਟਾਈਮ ਮਿਲ ਜਾਵੇ, ਇੱਕ ਮੌਕਾ ਹੋਰ ਮਿਲ ਜਾਵੇ, ਨਹੀਂ। ਉੱਥੇ ਜਾ ਕੇ ਪ੍ਰਭੂ ਸਿਰਫ ਡਿਕਲੇਅਰ ਕਰਦੇ ਨੇ ਕਿ ਮੈਂ ਰਾਜਾ ਦਾ ਰਾਜਾ ਹਾਂ, ਮੈਂ ਪ੍ਰਭੂਆਂ ਦਾ ਪ੍ਰਭੂ ਹਾਂ, ਮੈਂ ਸਲੀਬ ਤੇ ਆਪਣੀ ਜਾਨ ਦਿੱਤੀ ਹੈਗੀ ਆ, ਤੇ ਸਲੀਬ ਤੇ ਜਾਨ ਦੇ ਕੇ ਮੈਂ ਪਾਪ ਦਾ ਨਾਸ਼ ਕਰ ਦਿੱਤਾ ਹੈਗਾ, ਬਿਮਾਰੀਆਂ ਦਾ ਨਾਸ਼ ਕਰ ਦਿੱਤਾ ਹੈ, ਤੁਹਾਡਾ ਬਦਰੂਆਂ ਦਾ ਨਾਸ਼ ਕਰ ਦਿੱਤਾ ਹੈ, ਸ਼ੈਤਾਨ ਦਾ ਨਾਸ਼ ਕਰਤਾ, ਸ਼ੈਤਾਨ ਦੇ ਰਾਜ ਦਾ ਨਾਸ਼ ਕਰ ਦਿੱਤਾ ਹੈਗਾ ਆ, ਤੇ ਨਰਕਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ। ਮੈਂ ਜਿੱਤ ਪ੍ਰਾਪਤ ਕਰ ਲਈ ਆ, ਤੇ ਉਹ ਲਾਰੇ ਜਿਹੜੇ ਲਾਏ ਹੋਏ ਸੀਗੇ ਸ਼ੈਤਾਨੇ ਝੂਠੇ ਸੀਗੇ, ਰਾਜਾ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਜਿੱਤ ਗਿਆ ਹੈਗਾ ਆ। ਸੋ ਜਾਣੀ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਕੰਮ ਹੋ ਗਿਆ ਆ। ਆਹੀ ਨਾ ਸੋਚਦੇ ਰਹਿ ਜਾਣ ਵੀ ਅਸੀਂ ਕੁਰਬਾਨ ਹੋਏ ਹਾਂ, ਅਸੀਂ ਮਾਰਟੀਰ ਬਣ ਗਏ ਹੈਗੇ ਆ ਸ਼ੈਤਾਨ ਦੇ ਨਾਲ ਮਿਲ ਕੇ, ਨਹੀਂ। ਉਹ ਉਹਨਾਂ ਦਾ ਜਿਹੜੇ ਇਰਾਦੇ ਸੀਗੇ ਉਹ ਫੇਲ ਹੋ ਗਏ ਨੇ। ਸੋ ਪ੍ਰਭੂ ਦਾ ਵਚਨ ਕਹਿੰਦਾ ਕਿ ਪ੍ਰਭੂ ਯਿਸੂ ਮਸੀਹ ਹਾਈਡੀਜ਼ ਦੇ ਵਿੱਚ ਜਾਂਦੇ ਨੇ ਤੇ ਜਾ ਕੇ ਉੱਥੇ ਪੈਰਾਡਾਈਜ਼ ਵਿੱਚ ਪ੍ਰਚਾਰ ਕਰਦੇ ਨੇ, ਤੇ ਫਿਰ ਜਾ ਕੇ ਉਹ ਪ੍ਰਭੂ ਯਿਸੂ ਥੱਲੇ ਚਲੇ ਜਾਂਦੇ ਨੇ, ਟਾਰਟਰਸ ਹੋਰ ਜਗ੍ਹਾ ਆ, ਉੱਥੇ ਪ੍ਰਚਾਰ ਕਰਦੇ ਨੇ। ਉਹ ਤੋਂ ਬਾਅਦ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਅਬਰਾਹਮ ਦੀ ਗੋਦ ਨੂੰ ਚੱਕ ਕੇ, ਜਾਣੀ ਕਿ ਪੈਰਾਡਾਈਜ਼ ਨੂੰ ਚੱਕ ਕੇ ਟ੍ਰਾਂਸਫਰ ਕਰ ਦਿੰਦੇ ਨੇ ਸਵਰਗ ਦੇ ਵਿੱਚ, ਸਵਰਗ ਦੇ ਵਿੱਚ ਚਾੜ ਦਿੰਦੇ ਨੇ, ਤੇ ਸਵਰਗ ਦੇ ਵਿੱਚ ਉਹਨੂੰ ਪੂਰਾ ਕਰ ਦਿੰਦੇ ਨੇ, ਯਾਨੀ ਕਿ ਉੱਥੇ ਰੱਖ ਦਿੰਦੇ ਨੇ, ਉੱਥੇ ਥਾਂ ਬਣਾ ਦਿੰਦੇ ਨੇ। ਸੋ ਉਹ ਤੋਂ ਬਾਅਦ ਜਾਣੀ ਕਿ ਪੈਂਤੀਕੋਸਤ ਤੋਂ ਬਾਅਦ ਜੇ ਕੋਈ ਵਿਸ਼ਵਾਸੀ ਮਰਦਾ ਹੈ ਦੁਨੀਆ ਤੇ, ਹੁਣ ਉਹ ਅਬਰਾਮ ਦੀ ਗੋਦ ਵਿੱਚ ਨਹੀਂ ਜਾਏਗਾ ਥੱਲੇ, ਬਲਕਿ ਸਿੱਧਾ ਸਵਰਗਾਂ ਨੂੰ ਜਾਵੇਗਾ। ਹੁਣ ਨਰਕਾਂ ਦੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਹੋ ਗਏ ਨੇ ਚਰਚ ਦੇ। ਲੇਕਿਨ ਜਿਹੜੇ ਲੋਕ ਨਹੀਂ ਵਿਸ਼ਵਾਸੀ, ਜਿਹੜੇ ਗਲਤ ਲੋਕ ਹੈਗੇ ਨੇ, ਪਰਮੇਸ਼ਰ ਦੇ ਖਿਲਾਫ ਨੇ, ਉਹ ਨਰਕਾਂ ਨੂੰ ਜਾਣਗੇ। ਹੇਡੀਜ਼ ਦੇ ਵਿੱਚ ਹੁਣ ਇੱਕੋ ਚੀਜ਼ ਰਹਿ ਗਈ ਆ, ਜੋ ਹੈ ਨਰਕ। ਇਹ ਨਰਕ ਟੈਂਪਰੇਰੀ ਨਰਕ ਨੇ, ਪ੍ਰਾਪਤ ਪੜੋ, ਟੈਂਪਰੇਰੀ ਨਰਕ ਨੇ, ਜਿੱਥੇ ਇਹ ਲੋਕ ਟੈਂਪਰੇਰੀ ਤੌਰ ਤੇ ਟੋਰਮੈਂਟ ਹੋ ਰਹੇ ਨੇ। ਹਾਂ, ਇੱਕ ਦਿਨ ਆਵੇਗਾ ਜਦੋਂ ਜਜਮੈਂਟ ਹੋਏਗੀ, ਜਜਮੈਂਟ ਆਫ ਵਾਈਟ ਥਰੋਨ ਦੀ ਜਜਮੈਂਟ ਹੋਏਗੀ, ਉੱਥੇ ਇਹਨਾਂ ਨੂੰ ਜੱਜ ਕੀਤਾ ਜਾਵੇਗਾ। ਤੇ ਪ੍ਰਕਾਸ਼ ਦੀ ਪੋਥੀ ਦੇ 20ਵੇਂ ਚੈਪਟਰ ਦੇ ਵਿੱਚ ਜਾ ਕੇ ਲਿਖਿਆ ਹੋਇਆ ਆ ਕਿ ਉੱਥੇ ਉਹ ਸਮਾਂ ਜਦੋਂ ਆਏਗਾ, ਉਸ ਸਮਾਂ ਇਹ ਜਿਹੜੇ ਸਾਰੇ ਲੋਕ ਹੈਗੇ ਨੇ, ਇਹਨਾਂ ਨੂੰ ਜਾਣੀ ਕਿ ਫਾਲਸ ਪ੍ਰੋਫਿਟ ਨੂੰ ਵੀ ਉਸ ਨਰਕ ਵਿੱਚ ਛੱਡਤਾ ਜਾਵੇਗਾ, ਜਿਹੜਾ ਇਟਰਨਲ ਨਰਕ ਆ, ਜਿਹਨੂੰ ਲੇਕ ਆਫ ਫਾਇਰ ਕਹਿੰਦੇ ਨੇ। ਇਹ ਲੇਕ ਆਫ ਫਾਇਰ ਦਾ ਵਰਡ ਯੂਜ਼ ਕੀਤਾ ਗਿਆ, ਓਰੀਜਨਲ ਦੇ ਵਿੱਚ ਜਿਹੜਾ ਵਰਡ ਯੂਜ਼ ਕੀਤਾ ਗਿਆ ਹੈ ਉਹ ਘੇਨਾ, ਜਾਨੀ ਕਿ ਇਟਰਨਲ ਨਰਕ, ਹਮੇਸ਼ਾ ਦੀ ਗੱਲ ਜਿੱਥੇ ਚੱਲਦੀ ਆ, ਉਹਦੇ ਵਿੱਚ ਸਿਰ ਦਿੱਤਾ ਜਾਵੇਗਾ ਫਾਲਸ ਪ੍ਰੋਫਿਟ ਨੂੰ, ਬੀਸਟ ਨੂੰ, ਐਂਟੀ ਕ੍ਰਾਈਸਟ ਨੂੰ, ਯਾਨੀ ਕਿ ਸ਼ੈਤਾਨ ਨੂੰ ਨਰਕਾਂ ਛੱਡਤਾ ਜਾਵੇਗਾ। ਤੇ ਨਾਲੇ ਫਿਰ ਇਹ ਹੇਡੀਜ਼, ਜਿਹਦੇ ਵਿੱਚ ਹੁਣ ਸਿਰਫ ਨਰਕ ਹੀ ਰਹਿ ਗਿਆ, ਟੈਂਪਰੇਰੀ ਨਰਕ, ਹੇਡੀਜ਼ ਨੂੰ ਵੀ ਛੱਡਤਾ ਜਾਵੇਗਾ ਉਹਦੇ ਵਿੱਚ। ਫਿਰ ਮੌਤ ਨੂੰ ਵੀ ਉਹਦੇ ਵਿੱਚ ਛੱਡ ਦਿੱਤਾ ਜਾਵੇਗਾ। ਤੇ ਫਿਰ ਉਹ ਲੋਕ ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਰਿਜੈਕਟ ਕਰਤਾ ਸੀ, ਉਹਨਾਂ ਨੂੰ ਵੀ ਉਹਦੇ ਵਿੱਚ ਛੱਡ ਦਿੱਤਾ ਜਾਵੇਗਾ। ਸੋ ਇਹ ਪ੍ਰਭੂ ਪੈਣੋਂ ਅੱਗੇ ਜਾ ਕੇ ਹੋਵੇਗਾ। ਸੋ ਪਹਿਲਾ ਸਟੇਜ ਆਪਾਂ ਪ੍ਰਭੂ ਦਾ ਦੇਖਿਆ ਕਿ ਸਲੀਬ ਤੋਂ ਉਤਰ ਕੇ ਉਹਨਾਂ ਦਾ ਸਰੀਰ ਤਾਂ ਕਬਰ 'ਤੇ ਰੱਖਤਾ ਗਿਆ, ਲੇਕਿਨ ਪ੍ਰਭੂ ਯਿਸੂ ਦੀ ਜਾਨ ਸਲੀਬ ਤੋਂ ਉਤਰ ਕੇ ਪ੍ਰਭੂ ਯਿਸੂ ਥੱਲੇ ਜਾਂਦੇ ਨੇ ਹੇਡੀਜ਼ ਦੇ ਵਿੱਚ, ਤੇ ਥੱਲੇ ਜਾ ਕੇ ਪ੍ਰਿਜ਼ਨਸ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰਚਾਰ ਕਰਦੇ ਨੇ। ਤੇ ਫਿਰ ਪ੍ਰਭੂ ਯਿਸੂ ਮਸੀਹ ਜੀ ਅਬਰਾਮ ਦੀ ਗੋਦ ਨੂੰ, ਪੈਰਾਡਾਈਜ਼ ਨੂੰ ਲੈ ਕੇ ਟ੍ਰਾਂਸਫਰ ਕਰ ਦਿੰਦੇ ਨੇ ਸਵਰਗਾਂ ਦੇ ਵਿੱਚ ਪ੍ਰਭੂ ਤੇ ਪੈਣੋਂ। ਤੇ ਉਹ ਤੋਂ ਬਾਅਦ ਫਿਰ ਪ੍ਰਭੂ ਵਾਪਸ ਆ ਜਾਂਦੇ ਨੇ। ਦੂਸਰੀ ਸਟੇਜ ਹੁਣ ਹੇਡੀਜ਼ ਤੋਂ ਨਿਕਲ ਕੇ ਦੁਆਰਾ ਫਿਰ ਧਰਤੀ ਤੇ, ਹੇਡੀਜ਼ ਤੋਂ ਨਿਕਲ ਕੇ ਪ੍ਰਭੂ ਯਿਸੂ ਆਪਣੇ ਸਰੀਰ ਵਿੱਚ ਵੜਦੇ ਨੇ ਤੇ ਮੁਰਦਿਆਂ ਤੋਂ ਜੀ ਉੱਠਦੇ ਨੇ ਪ੍ਰਭੂ ਤੇ ਪੈਣੋਂ। ਤਦ ਤੱਕ 3 ਦਿਨ ਤੇ 3 ਰਾਤਾਂ ਲੰਘ ਚੁੱਕੀਆਂ ਸੀਗੀਆਂ ਪ੍ਰਭੂ ਤੇ ਪੈਣੋਂ। ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਤੇ ਆਪਣੀ ਜਾਨ ਦਿੱਤੀ ਸੀ। ਉਹ ਤੋਂ 3 ਦਿਨ ਤੇ 3 ਰਾਤਾਂ ਬਾਅਦ ਐਤਵਾਰ ਨੂੰ ਤੜਕੇ ਮਰੀਮ ਨੇ ਖਬਰ ਖਾਲੀ ਦੇਖੀ, ਯਾਨੀ ਕਿ ਪ੍ਰਭੂ ਯਿਸੂ ਜਿਉਂਦੇ ਹੋ ਗਏ ਸੀ। ਹੁਣ ਪ੍ਰਭੂ ਯਿਸੂ ਦੀ ਸੈਕੰਡ ਸਟੇਜ ਦੇਖੋ ਕਿ ਨਰਕਾਂ ਤੋਂ ਨਿਕਲ ਕੇ, ਹੇਡੀਜ਼ ਤੋਂ ਨਿਕਲ ਕੇ ਸਰੀਰ ਦੇ ਵਿੱਚ ਪ੍ਰਭੂ ਯਿਸੂ ਰੈਸੂਰੈਕਟ ਹੋ ਗਏ ਹੈਗੇ ਨੇ ਪ੍ਰਭੂ ਤੇ ਪੈਣੋਂ। ਇਹ ਪ੍ਰਭੂ ਯਿਸੂ ਮਸੀਹ ਜੀ ਦੀ ਕਹ ਲੋ ਕਿ ਦੂਸਰਾ ਪ੍ਰਭੂ ਯਿਸੂ ਮਸੀਹ ਜੀ ਦੀ ਸਟੇਜ ਹੈਗੀ ਆ। ਆਓ ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ ਪ੍ਰਭੂ ਬਣੋ। ਸੰਤ ਯਹੋਨਾ ਉਹਦਾ 20ਵਾਂ ਚੈਪਟਰ ਦੇਖਾਂਗੇ, ਵਰਸ 14 ਤੋਂ ਲੈ ਕੇ 19ਵੇਂ ਵਰਸ ਤੱਕ ਜਾਵਾਂਗੇ ਧਿਆਨ ਦੇ ਨਾਲ। ਜੀ ਹਾਂ, ਯਹੋਨਾ 20:14 ਤੋਂ 19। ਇਹ ਕਹਿ ਕੇ ਉਹ ਪਿੱਛੇ ਮੁੜੀ
ਤਾਂ ਉਸਨੇ ਯਿਸੂ ਨੂੰ ਖਲੋਤੇ ਦੇਖਿਆ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹਨ। ਯਿਸੂ ਨੇ ਉਸ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਤੂੰ ਕਿਸ ਨੂੰ ਲੱਭ ਰਹੀ ਹੈ? ਪਰ ਮਰੀਅਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, ਸ਼੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ, ਮੈਂ ਉਹਨਾਂ ਨੂੰ ਲੈ ਜਾਵਾਂਗੀ। ਯਿਸੂ ਨੇ ਉਸ ਨੂੰ ਕਿਹਾ, ਮਰੀਅਮ। ਇਹ ਸੁਣ ਕੇ ਉਹ ਮੁੜੀ ਅਤੇ ਇੱਕਦਮ ਇਬਰਾਨੀ ਵਿੱਚ ਬੋਲੀ, ਰਾਬੂਨੀ, ਜਿਸ ਦਾ ਅਰਥ ਹੈ, ਹੇ ਗੁਰੂ। ਯਿਸੂ ਨੇ ਉਸ ਨੂੰ ਕਿਹਾ, ਮੈਨੂੰ ਅਜੇ ਨਾ ਰੋਕ, ਮੈਂ ਅਜੇ ਉਤਾਂਹ ਪਿਤਾ ਕੋਲ ਨਹੀਂ ਗਿਆ, ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਸ ਦੇ ਕੋਲ ਤਾਂ ਜਾ ਰਿਹਾ ਹਾਂ, ਜੋ ਮੇਰਾ ਪਿਤਾ ਅਤੇ ਤੁਹਾਡਾ ਪਿਤਾ, ਮੇਰਾ ਪਰਮੇਸ਼ਰ ਅਤੇ ਤੁਹਾਡਾ ਪਰਮੇਸ਼ਰ ਹੈ। ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, ਮੈਂ ਪ੍ਰਭੂ ਨੂੰ ਦੇਖਿਆ ਹੈ, ਅਤੇ ਨਾਲ ਉਹਨਾਂ ਨੂੰ ਪ੍ਰਭੂ ਦਾ ਸੰਦੇਸ਼ ਵੀ ਦਿੱਤਾ। ਐਤਵਾਰ ਨੂੰ ਤਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀ ਇੱਕ ਥਾਂ ਇਕੱਠੇ ਹੋਏ ਸਨ, ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ। ਜ਼ਬਰਦਸਤ 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 ਜ਼ਬਰਦਸਤ। ਪ੍ਰਭੂ ਦਾ ਬੜਾ ਵਚਨ ਕਹਿੰਦਾ ਆ ਕਿ ਮਾਤਾ ਮਰੀਮ ਸਵੇਰੇ ਸਵੇਰੇ ਅਰਲੀ ਮਾਰਨਿੰਗ ਕਬਰ ਤੇ ਗਏ ਸੀਗੇ ਤੇ ਉਹਨੇ ਕਬਰ ਖਾਲੀ ਰੱਖੀ। ਆਪਾਂ ਨੂੰ ਪਤਾ ਹੈ ਕਿ ਜਿਹੜੇ ਯਹੂਦੀਆਂ ਦਾ ਦਿਨ ਹੈਗਾ ਆ, ਉਹ ਸ਼ਾਮ ਦੇ 6 ਵਜੇ ਪਲਟ ਜਾਂਦਾ ਆ। ਆਪਣੇ ਵਾਂਗੂ ਨਹੀਂ ਕਿ 12 ਵਜੇ ਪਲਟਣਾ ਹੁੰਦਾ ਆ, ਨਹੀਂ, ਸ਼ਾਮ ਦੇ 6 ਵਜੇ, ਯਾਨੀ ਕਿ ਸੈਟਰਡੇ ਨੂੰ ਸ਼ਾਮ ਦੇ 6 ਵਜੇ ਉਹਨਾਂ ਦਾ ਸੰਡੇ ਸ਼ੁਰੂ ਹੋ ਗਿਆ ਸੀਗਾ। तो प्रभु यीशु मसीह जी की जी रिसुरैक्शन सी वो अर्ली मॉर्निंग हुई, यानी कि मे बी 10-11 बजे 12 बजे भी हो सकती है, तो हो सकता है कि 2-3-4 बजे अर्ली मॉर्निंग 3-4 बजे माता मरीम कबर से पहुंचे होन, सॉरी माता मरीम मगदलीनी कबर से पहुंचे होन। तो जो उन्होंने पहुंच के उत्थे देखा कि कबर खाली उन्होंने मिली, कबर खाली का जिक्र है प्रभु के। सो प्रभु यीशु मुड़दे जी उठे वो तो भी अर्ली, यानी कि बहुत ज़्यादा सवेरे 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 हो सकता है कि 11 बजे रात के उन्होंने तो तड़का है 11-12 बजे उन्होंने तो अर्ली मॉर्निंग है संडे का। सो प्रभु यीशु मुड़दे तो जी उठे प्राप्त बनो। एक होर गल इत्थे देखने वाली हैगी है प्राप्त बनो कि जदों प्रभु यीशु मसीह ने सलीब ते अपनी जान दी, जदों जान दी पर्दा पट गया हैकल का, तो जो हैकल का पर्दा पट गया, बचन कहता है कि भुचाल आया, तो बचन कहता है कि जिहड़ियां कबरां सीगियां वो तिड़ गईयां, तो जिहड़े कबरां दे विच वो मुर्दे सीगे पुराने नेम दे, उन्हां चों कुछ मुर्दे जिहड़े ने वो जिंदा हो गए। लेकिन प्रभु का वचन ये भी कहता है कि उन्होंने इंतजार किया जद तक प्रभु यीशु मुर्दियां तो मुड़ के जी ना उठन। जदों प्रभु यीशु मुर्दियां तो जी उठे, वो मुर्दे जिहड़े सीगे वो है जेरूशलम विच जाके बहुतां नूं प्रकट होए। सो प्रभु का वचन कहता पहला कोरिंथियन चैप्टर 15 का 20वें वर्स में लिखा है कि प्रभु यीशु मसीह जी जिहड़े सीगे उही पहले रिसुरैक्ट वो होने सीगे, उस तो बाद फिर दूजे रिसुरैक्ट होए। कई लोग कहते हैं कि जो सलीब ते प्रभु यीशु मसीह जी ने दान दी उदों खबरां खुल गई, सोचते हैं कि उदों ही वो बाहर निकले आए, लेकिन नहीं, उन्होंने जाना तो थले पैराडाइज में सी जिते प्रभु यीशु उन्होंने गलबात कर रहे थे। जो प्रभु यीशु ने गलबात की उस तो बाद वो प्रभु भैनों जाते है वापस अपन कबरां च, लेकिन उस तो पहला प्रभु यीशु पैराडाइज में स्वर्ग च ट्रांसफर करके आके अपना शरीर लैके प्रकट हो गए थे। जो प्रभु यीशु शरीर लैके प्रकट हो गए थे, मुर्दा तो जी उठे सी, उस तो बाद वो कबरां दे विचों यह संत भी जिहड़े सीगे निकले, इन्हां ने निकल के जेरूशलम में जाके बहुतां नूं प्रकट होए प्रभु दे पैरों। उस तो बाद जो प्रभु यीशु उपर नूं चुके गए ने, ये भी प्रभु यीशु मसीह जी दे नाल चुके गए ने, क्योंकि ये इन्हां कोले भी रिसुरैक्शन बॉडीज जिहड़ियां सीगियां। लेकिन पहला रिसुरैक्ट कौन होया? प्रभु यीशु। उस तो बाद पुराने नेम के कुछ सेंट्स जिहड़े ने नाल रिसुरैक्ट होए सीगे। सो प्रभु ये तो सीगी दूसरी स्टेज अपने प्रभु यीशु मसीह जी की कि हेडीज तो उठ के दोबारा फिर शरीर धार लेना, यानी कि फिर धरती से। हुण आपां देखांगे तीसरी स्टेज प्रभु की। तीसरी स्टेज प्रभु प्राप्त पैना प्रभु यीशु मसीह जी तीसरी स्टेज हुण धरती तो, प्रभु का वचन कहता धरती तो प्रभु यीशु मसीह जी हुण जांदे ने, स्वर्ग नूं जांदे ने। जो प्रभु वचन दसदा है स्वर्गां नूं जांदे ने, तो प्रभु स्वर्ग नूं जाण दे वास्ते, तीसरे स्वर्ग नूं जाण दे वास्ते दूसरे स्वर्ग थां निकल के जाना पैंदा है। जिद्दां हुण पहला स्वर्ग जिहड़ा हैगा पहला स्काई, वो तो अपना स्काई है, ब्लू स्काई है ना, तो ये विजिबल अपनी अखां नाल नजर आंदा। लेकिन ऐसी स्काई दे विच एक होर स्काई है प्रभु ते परों जिहड़ा इनविजिबल आ, अपनी अखां नाल नजर नहीं आंदा, ओनूं सैकेंड हैवन कहंदे ने। ਇਹ ਉਹ जगह है जिथे बदरूआं काम करदियां ने, ਇਹ ਉਹ जगह है जिथे शैतान रहिंदा है, ਇਹ ਉਹ जगह है जिथे शैतान दे साथी, शैतान दे फॉलन एंजल जिहड़े हैगे कुछ वो भी इत्थे रहिंदे ने। ते ਇਹ ਤੋਂ ਉੱਪਰ ਜਾ ਕੇ फिर तीसरा हैवन है जिथे रब रहिंदा है, स्वर्ग रहिंदा है।
ਜਦੋਂ ਵੀ ਸਵਰਗ ਦੇ ਵਿੱਚੋਂ ਕੋਈ ਬਰਕਤ ਆਣੀ ਹੁੰਦੀ ਆ, ਇਹ ਸੈਕੰਡ ਹੈਵਨ ਵਾਲੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਲੰਘਣ ਨਹੀਂ ਦਿੰਦੇ। ਤੁਹਾਨੂੰ ਯਾਦ ਹੋਏਗਾ ਕਿ ਡੈਨੀਅਲ ਨੇ ਪ੍ਰਾਰਥਨਾ ਕੀਤੀ ਸੀ ਰੱਬ ਦੇ ਅੱਗੇ ਕਿ ਰੱਬ ਨੂੰ ਕੁਝ ਰੈਵਲੇਸ਼ਨ ਦੇਵੇ, ਤੇ ਲੇਕਿਨ ਥਰਡ ਹੈਵਨ ਤੋਂ ਜਦੋਂ ਇੱਕ ਦੂਤ ਇਹ ਰੈਵਲੇਸ਼ਨ ਲੈ ਕੇ ਆ ਰਿਹਾ ਸੀ, ਸੈਕੰਡ ਹੈਵਨ ਦੇ ਵਿੱਚ ਸ਼ੈਤਾਨ ਤੇ ਬਦਰੂਆਂ ਉਹਦੇ ਖਿਲਾਫ ਲੜਨ ਲੱਗੀਆਂ, ਤੇ ਫਿਰ ਕੁਝ ਦੂਤਾਂ ਨੇ ਉਸ ਰੱਬ ਦੇ ਦੂਤ ਦੀ ਮਦਦ ਕੀਤੀ ਸੀਗੀ ਤਾਂ ਕਿ ਜਦੋਂ ਸੰਦੇਸ਼ ਜਿਹੜਾ ਲੈ ਕੇ ਆਵੇ। ਵਚਨ ਕਹਿੰਦਾ ਹੈ ਕਿ ਦਨੀਏਲ ਜਿਹੜਾ ਸੀਗਾ 21 ਦਿਨ ਦੇ ਫਾਸਟ ਵਿੱਚ ਲੱਗਿਆ ਹੋਇਆ ਸੀ। ਜਿਉਂ-ਜਿਉਂ ਫਾਸਟ ਕਰ ਰਿਹਾ ਸੀ, ਤਿਉਂ-ਤਿਉਂ ਉਸ ਰੱਬ ਦੇ ਦੂਤ ਨੂੰ, ਮਿਕਾਇਲ ਨੂੰ ਤੇ ਉਹਦੇ ਦੂਤਾਂ ਨੂੰ ਸ਼ਕਤੀ ਮਿਲ ਰਹੀ ਸੀਗੀ। ਦੇਖੋ ਜੀ, ਰੱਬ ਵੱਲੋਂ, ਤੇ ਜਦੋਂ ਰੱਬ ਵੱਲੋਂ ਸ਼ਕਤੀ ਮਿਲ ਰਹੀ ਸੀਗੀ ਤੇ ਉਹ ਲੜ ਰਹੇ ਸੀ, ਤੇ 21 ਦਿਨ ਲੜਾਈ ਤੋਂ ਬਾਅਦ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਤੇ ਫਿਰ ਇਹ ਜਿਹੜਾ ਦੂਤ ਸੀਗਾ ਇਹ ਥੱਲੇ ਆਇਆ ਪਰਮੇਸ਼ਰ ਦੇ ਬੰਦੇ ਕੋਲੇ, ਦਨੀਏਲ ਕੋਲੇ, ਤੇ ਦਨੀਏਲ ਨੂੰ ਕੇ ਕਹਿੰਦਾ ਆ, ਜਿੱਦਣ ਤੋਂ ਤੂੰ ਆਪਣੀ ਪ੍ਰਾਰਥਨਾ ਸ਼ੁਰੂ ਕੀਤੀ ਸੀ ਨਾ, ਉਦੋਂ ਤੋਂ ਹੀ ਤੇਰੀ ਦੁਆ ਸੁਣੀ ਗਈ, ਲੇਕਿਨ ਰਿਜ਼ਲਟ ਆਉਣ ਨੂੰ, ਉੱਤਰ ਆਉਣ ਨੂੰ ਥੋੜਾ ਲੇਟ ਹੋ ਗਿਆ, ਲੇਕਿਨ ਚੰਗਾ ਕੀਤਾ ਤੂੰ ਲੱਗਿਆ ਰਿਹਾ ਪ੍ਰੇਅਰ ਫਾਸਟਿੰਗ ਦੇ ਵਿੱਚ, ਤੇ ਤੂੰ ਤੇਰੀ ਪ੍ਰੇਅਰ ਨੇ ਸਾਨੂੰ ਬਹੁਤ ਸ਼ਕਤੀ ਦਿੱਤੀ ਆ, ਸਾਨੂੰ ਪਰਮੇਸ਼ਰ ਨੇ ਬਹੁਤ ਤਾਕਤ ਦਿੱਤੀ ਹੈਗੀ ਆ, ਤੇ ਅਸੀਂ ਲੜ ਕੇ ਜਿੱਤ ਪ੍ਰਾਪਤ ਕਰ ਲਈਏ, ਤੇ ਆ ਲੈ ਤੇਰਾ ਸੋਲੂਸ਼ਨ, ਆ ਲੈ ਤੇਰਾ ਆਨਸਰ ਜਿਹੜਾ ਤੂੰ ਲੱਭ ਰਿਹਾ ਸੀਗਾ। ਸੋ ਦੇਖਣ ਵਾਲੀ ਗੱਲ ਹੈਗੀ ਇਹ ਪ੍ਰਾਪਤ ਬਣੋ। ਹੁਣ ਜਦੋਂ ਪ੍ਰਭੂ ਸਵਰਗ ਨੂੰ ਜਾ ਰਹੇ ਨੇ, ਥਰਡ ਹੈਵਨ ਨੂੰ ਜਾ ਰਹੇ ਨੇ, ਉਹ ਦੂਸਰੇ ਹੈਵਨ ਵਿੱਚ ਨਿਕਲ ਕੇ ਜਾ ਰਹੇ ਨੇ। ਹੁਣ ਜਦੋਂ ਦੂਸਰੇ ਹੈਵਨ ਵਿੱਚੋਂ ਨਿਕਲ ਕੇ ਜਾ ਰਹੇ ਨੇ ਪ੍ਰਾਪਤ ਬਣੋ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਲੀਅਰਲੀ, ਜਦੋਂ ਨਿਕਲ ਕੇ ਜਾ ਰਹੇ ਨੇ, ਇੱਥੇ ਇੱਕ ਵਰਡ ਆਂਦਾ ਆ ਅਪੈਕਦੁਮਾਈ। ਇੱਥੇ ਮੈਂ ਕਹਾਂਗਾ ਕਿ ਬਹੁਤ ਵੱਡੀ ਇੱਕ ਚੀਜ਼ ਹੋਈ, ਬਹੁਤ ਵੱਡੀ ਇੱਕ ਸਿਚੁਏਸ਼ਨ ਆਈ, ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਪ੍ਰਭੂ ਯਿਸੂ ਨੇ, ਜਿਹਦਾ ਨਾਮ ਕਹਿ ਸਕਦੇ ਹਾਂ ਅਪੈਕਡਮਾਈ। ਅਪੈਕਡਮਾਈ ਦਾ ਮਤਲਬ ਇਹ ਹੈਗਾ ਪ੍ਰਭੂ ਤੇ ਬਣੋ, ਮੈਂ ਤੁਹਾਨੂੰ ਦੱਸਦਾ ਹਾਂ, ਜਦੋਂ ਪ੍ਰਭੂ ਯਿਸੂ ਮਸੀਹ ਜੀ ਜਾਂਦੇ ਨੇ ਸੈਕੰਡ ਹੈਵਨ ਦੇ ਵਿੱਚ, ਜਿੱਥੇ ਸ਼ੈਤਾਨ ਦਾ ਘਰ ਆ, ਤੇ ਜਾਂਦੇ ਨੇ ਪ੍ਰਭੂ ਯਿਸੂ ਸੈਕੰਡ ਹੈਵਨ ਦੇ ਵਿੱਚ, ਤੇ ਸ਼ੈਤਾਨ ਦੇ ਸਾਹਮਣੇ ਤੇ ਉਹਦੀਆਂ ਬਦਰੂਆਂ ਦੇ ਸਾਹਮਣੇ, ਤੇ ਉਹ ਸ਼ਾਇਦ ਉੱਤੇ ਹੱਕੇ ਬੱਕੇ ਰਹਿ ਜਾਂਦੇ ਨੇ ਵੀ ਇਹ ਕਿੱਦਾਂ ਆ ਗਿਆ। ਸੋ ਦੇਖਿਆ ਜਾਵੇ ਸ਼ੈਤਾਨ ਨੂੰ ਬਿਲਕੁਲ ਪਤਾ ਨਹੀਂ ਸੀਗਾ ਕਿ ਇਹ ਕੰਮ ਹੋਣ ਜਾ ਰਿਹਾ ਆ, ਕਿਉਂਕਿ ਜੇ ਸ਼ੈਤਾਨ ਨੂੰ ਪਤਾ ਹੁੰਦਾ ਤਾਂ ਕਦੇ ਵੀ ਪ੍ਰਭੂ ਯਿਸੂ ਨੂੰ ਸਲੀਬ ਨਾ ਚੜ੍ਹਨ ਦਿੰਦਾ, ਕਿਉਂਕਿ ਸਲੀਬ ਤੇ ਚੜ੍ਹ ਕੇ ਪ੍ਰਭੂ ਯਿਸੂ ਨੇ ਪਾਪ ਨੂੰ ਖਤਮ ਕਰ ਦਿੱਤਾ ਸੀਗਾ, ਤੇ ਬਿਮਾਰੀਆਂ ਨੂੰ ਖਤਮ ਕਰਤਾ ਸੀਗਾ, ਤੇ ਨਰਕਾਂ ਨੂੰ ਖਤਮ ਕਰਤਾ ਸੀਗਾ। ਹੁਣ ਪ੍ਰਭੂ ਯਿਸੂ ਕੋਲ ਉਹ ਸ਼ਕਤੀ ਸੀਗੀ, ਉਸ ਸ਼ਕਤੀ ਦੇ ਨਾਲ ਇਹ ਸੈਕੰਡ ਹੈਵਨ ਵਿੱਚ ਜਾਂਦੇ ਨੇ, ਤੇ ਸੈਕੰਡ ਹੈਵਨ ਦੇ ਵਿੱਚ ਜਾ ਕੇ ਆਪਣੀ ਜਿੱਤ ਪ੍ਰੋਕਲੇਮ ਕਰਦੇ ਨੇ, ਡਿਕਲੇਅਰ ਕਰਦੇ ਨੇ ਕਿ ਜੇਤੂ ਆ। ਹੁਣ ਜਦੋਂ ਜਿੱਤ ਪ੍ਰੋਕਲੇਮ ਕਰਤੀ ਪ੍ਰਭੂ ਯਿਸੂ ਨੇ, ਸਾਰੀ ਜਿਹੜੀ ਸ਼ਕਤੀ ਸੀਗੀ ਰੱਬ ਦੀ, ਉਹ ਪ੍ਰਭੂ ਯਿਸੂ ਵਿੱਚੋਂ ਦੀ ਕੰਮ ਹੋ ਰਹੀ ਸੀਗੀ, ਤੇ ਜਦੋਂ ਜਿੱਤ ਪ੍ਰੋਕਲੇਮ ਕਰਤੀ, ਸ਼ੈਤਾਨ ਦੀ ਹਾਰ ਹੋ ਗਈ ਸੀ, ਯਾਨੀ ਕਿ ਸ਼ੈਤਾਨ ਦੇ ਵਿੱਚ ਜਿਹੜੀ ਸ਼ਕਤੀ ਸੀ ਡਿਸਮਿਸ ਹੋ ਗਈ ਸੀ, ਖਤਮ ਹੋ ਗਈ ਸੀ। ਸੋ ਪ੍ਰਭੂ ਯਿਸੂ ਨੇ ਸ਼ੈਤਾਨ ਦੇ ਸਾਹਮਣੇ, ਸ਼ੈਤਾਨ ਦੀਆਂ ਬਦਰੂਆਂ ਦੇ ਸਾਹਮਣੇ, ਸ਼ੈਤਾਨ ਦੇ ਗਵਰਨਰਸ ਦੇ ਸਾਹਮਣੇ, ਸ਼ੈਤਾਨ ਦੇ ਸਾਥੀਆਂ ਦੇ ਸਾਹਮਣੇ, ਸ਼ੈਤਾਨ ਦੇ ਚੌਧਰੀਆਂ ਦੇ ਸਾਹਮਣੇ, ਸ਼ੈਤਾਨ ਦੀ ਸੈਨਾ ਦੇ ਸਾਹਮਣੇ, ਜਿੰਨੀਆਂ ਵੀ ਈਵਲ ਸਪਿਰਿਟਸ ਹੈਗੀਆਂ ਨੇ ਉਹਨਾਂ ਸਾਰਿਆਂ ਦੇ ਸਾਹਮਣੇ, ਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਜਿਹੜੇ ਦੂਤ ਸੀਗੇ ਉਹਨਾਂ ਦੇ ਸਾਹਮਣੇ, ਤੇ ਸਵਰਗ ਦੇ ਸਾਹਮਣੇ, ਤੇ ਪੁਰਾਣੇ ਨੇਮ ਦੇ ਜਿਹੜੇ ਸੰਤ ਸੀਗੇ ਉਹਨਾਂ ਨੇ ਵੀ ਸ਼ਾਇਦ ਦੇਖਿਆ ਹੋਵੇਗਾ ਪ੍ਰਭੂ ਦੇ ਨਜ਼ਾਰਾ ਕਹਾਂਗਾ, ਕਿਉਂਕਿ ਇਸ ਨਜ਼ਾਰੇ ਨੂੰ ਅਪੈਕਦੁਮੂ ਕਿਹਾ ਜਾਂਦਾ ਹੈ ਨਾ ਪ੍ਰਭੂ ਦੇ ਬਣੋ। ਅਪੈਕਦੁਮਾਈ ਇਹ ਗ੍ਰੀਕ ਦਾ ਵਰਡ ਹੈ ਅਪੈਕਦੁਮਾਈ ਦਾ ਮਤਲਬ ਹੈਗਾ ਪ੍ਰਭੂ ਦੇ ਬਣੋ ਕਿ ਜਦੋਂ ਇੱਕ ਰਾਜਾ ਆਪਣੇ ਦੁਸ਼ਮਣ ਦੇ ਖਿਲਾਫ ਲੜਦਾ ਆ ਤੇ ਉਸ ਰਾਜੇ ਨੂੰ ਹਰਾ ਦਿੰਦਾ ਆ, ਉਹ ਤੋਂ ਬਾਅਦ ਜਦੋਂ ਦੂਜਾ ਰਾਜਾ ਹਾਰ ਜਾਂਦਾ ਆ, ਇਹ ਜੇਤੂ ਰਾਜਾ ਜਿਹੜਾ ਹੈਗਾ ਇਹ ਕਨਸੈਪਟ ਜਿਹੜਾ ਰੋਮ ਗਵਰਨਮੈਂਟ ਦਾ ਕਨਸੈਪਟ ਹੈਗਾ। ਜਦੋਂ ਰੋਮ ਕਿਸੇ ਦੇ ਖਿਲਾਫ ਚੜ੍ਹਾਈ ਕਰਦਾ ਸੀਗਾ, ਰੋਮ ਦਾ ਰਾਜਾ ਜਾ ਕੇ ਜਿੱਤ ਜਾਂਦਾ ਸੀਗਾ ਕੋਈ ਜੰਗ, ਉਦੋਂ ਦੂਸਰੇ ਦੇ ਹਾਰੇ ਹੋਏ ਰਾਜੇ ਨੂੰ ਸੀਗਾ ਉਹਦੇ ਸਾਹਮਣੇ ਬਿਠਾ ਲਿਆ ਜਾਂਦਾ ਸੀਗਾ, ਫਿਰ ਉੱਥੇ ਇੱਕ ਕਵਨੈਂਟ ਸਾਈਨ ਕਰਦੇ ਸੀਗੇ। ਮੂਹਰੇ ਹਾਰਿਆ ਹੋਇਆ ਰਾਜਾ ਬੈਠਾ ਹੁੰਦਾ ਸੀਗਾ, ਇੱਧਰ ਜੇਤੂ ਰਾਜਾ ਬੈਠਾ ਹੁੰਦਾ ਸੀ, ਇੱਕ ਕਵਨੈਂਟ ਸਾਈਨ ਕਰਦੇ ਸੀਗੇ, ਤੇ ਉਦੋਂ ਫਿਰ ਉਹ ਕਹਿੰਦਾ ਸੀਗਾ ਕਿ ਅੱਜ ਤੋਂ ਬਾਅਦ ਜਿੰਨੇ ਵੀ ਲੋਕ ਨੇ ਤੇਰੀ ਸਾਰੇ ਪ੍ਰਜਾ ਦੇ, ਉਹ ਮੇਰੇ ਅੰਡਰ ਨੇ। ਅੱਜ ਤੋਂ ਬਾਅਦ ਤੇਰੀਆਂ ਸਾਰੀਆਂ ਸ਼ਕਤੀਆਂ ਕੈਂਸਲ, ਅੱਜ ਤੋਂ ਬਾਅਦ ਤੇਰੀ ਸਾਰੀ ਪਾਵਰ ਕੈਂਸਲ, ਅੱਜ ਤੋਂ ਬਾਅਦ ਜਿੰਨੀ ਵੀ ਤੇਰੀ ਪ੍ਰਾਪਰਟੀ ਆ ਮੇਰੀ ਆ, ਤੇ ਅੱਜ ਤੋਂ ਬਾਅਦ ਤੂੰ ਮੇਰੇ ਲੋਕਾਂ ਨੂੰ ਟੱਚ ਨਹੀਂ ਕਰ ਸਕਦਾ, ਮੇਰੇ ਲੋਕਾਂ ਦੇ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ, ਮੇਰੇ ਲੋਕਾਂ ਦੇ ਉੱਤੇ ਤੇਰੀ ਸ਼ਕਤੀ ਨਹੀਂ ਚੱਲਣੀ, ਮੇਰੇ ਲੋਕਾਂ ਦੇ ਉੱਤੇ ਤੇਰਾ ਕੁਛ ਨਹੀਂ ਚੱਲਣਾ, ਤੂੰ ਹਾਰ ਚੁੱਕਿਆ ਹੈਗਾ। ਸੋ ਪ੍ਰਭੂ ਦੇ ਬਣਾਓ, ਇਹ ਤਕਰੀਬਨ ਇਹੀ ਕੁਝ ਪ੍ਰਭੂ ਯਿਸੂ ਮਸੀਹ ਜੀ ਨੇ ਕੀਤਾ। ਪ੍ਰਭੂ ਦਾ ਵਚਨ ਕਹਿੰਦਾ ਆ, ਆਪਾਂ ਪੜਾਂਗੇ ਪ੍ਰਭੂ ਦਾ ਵਚਨ ਕਹਿੰਦਾ ਆ, ਕੋਲੋਸੀਅਨ ਚੈਪਟਰ 2 ਵਰਸ 14 ਐਂਡ 15 ਦੇਖਾਂਗੇ ਪੰਜਾਬੀ ਦੇ ਵਿੱਚ। ਕੋਲੋਸੀਆਂ ਨੂੰ ਦੂਸਰਾ ਚੈਪਟਰ ਉਹਦਾ 14ਵਾਂ ਤੇ 15ਵਾਂ ਵਰਸ ਦੇਖਾਂਗੇ ਆਪਾਂ ਪੰਜਾਬੀ ਦੇ ਵਿੱਚ, ਧਿਆਨ ਨਾਲ ਸੁਣੀਏ। ਜੀ ਹਾਂ, ਕੋਲੋਸੀਆਂ 2 ਦਾ 14 ਤੇ 15, ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ,
ਉਸਨੇ ਮੇਸ ਦਿੱਤਾ ਅਤੇ ਉਸ ਨੂੰ ਸਲੀਬ ਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਸ ਨੇ ਹਕੂਮਤਾਂ ਅਤੇ ਅਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹ ਖੁੱਲ੍ਹਾ ਤਮਾਸ਼ਾ ਬਣਾਇਆ। ਉਸ ਨੇ ਉਸ ਬੰਧਨ ਨੂੰ ਵੀ ਖਤਮ ਕਰ ਦਿੱਤਾ ਹੈ ਜੋ ਸਾਡੇ ਕੋਲੋਂ ਵਿਵਸਥਾ ਪੂਰਤੀ ਦੀ ਮੰਗ ਕਰਦਾ ਸੀ। ਉਹੀ ਸਾਡਾ ਵਿਰੋਧੀ ਸੀ, ਪਰ ਉਸ ਨੇ ਉਸ ਨੂੰ ਲੈ ਕੇ ਸਲੀਬ ਤੇ ਕਿੱਲਾਂ ਨਾਲ ਟੰਗ ਦਿੱਤਾ। ਉਸ ਨੇ ਸਭ ਸੰਸਾਰਕ ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਖਤਮ ਕਰ ਦਿੱਤਾ ਅਤੇ ਖੁੱਲ੍ਹੇਆਮ ਆਪਣੀ ਜਿੱਤ ਦਾ ਝੰਡਾ ਉਹਨਾਂ ਤੇ ਲਹਿਰਾਇਆ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਬਣੋ, ਇਹ ਮੈਂ ਕਹਾਂਗਾ ਦੁਨੀਆ ਦੀ ਸਭ ਤੋਂ ਗ੍ਰੇਟ ਇਵੈਂਟ ਹੋਈ ਆ। ਇੱਕ ਐਸੀ ਇਵੈਂਟ ਹੋਈ ਹੈ ਜਿਹਦਾ ਜ਼ਿਕਰ ਨਹੀਂ ਕੀਤਾ ਜਾਂਦਾ। ਆਪਾਂ ਕਈ ਵਾਰ ਜ਼ਿਕਰ ਕਰਦੇ ਹਾਂ ਕਿ ਸਲੀਬ ਦੇ ਉੱਤੇ ਪ੍ਰਭੂ ਯਿਸੂ ਨੇ ਸ਼ੈਤਾਨ ਦਾ ਨਾਸ਼ ਕਰ ਦਿੱਤਾ, ਲੇਕਿਨ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਆ। ਪ੍ਰਚਾਰਕਾਂ ਵੱਲੋਂ, ਪ੍ਰੀਚਰਸ ਵੱਲੋਂ, ਪਾਸਟਰਸ ਵੱਲੋਂ, ਟੀਚਰਸ ਵੱਲੋਂ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਹੈ ਅਪੈਕਦਮੂ ਦਾ। ਅਪੈਕਦਮੂ ਇੱਕ ਐਸੀ ਇਵੈਂਟ ਸੀਗੀ ਜਿਹੜੀ ਸੁਪਰਨੈਚੁਰਲੀ ਇਨਵਿਜ਼ੀਬਲ ਜਗ੍ਹਾ ਦੇ ਵਿੱਚ ਹੋਈ ਆ, ਜਿੱਥੇ ਪ੍ਰਭੂ ਯਿਸੂ ਜੰਮਦੇ ਨੇ ਤੇ ਜਾ ਕੇ ਪ੍ਰਭੂ ਦਾ ਇਹ ਜਿਹੜਾ ਵਰਡ ਹੈਗਾ ਅਪੈਕਦਮਾਈ, ਇਹ ਜਿਹੜਾ ਵਰਡ ਹੈਗਾ, ਇਹਦਾ ਮਤਲਬ ਆ ਕਿ ਜਦੋਂ ਇੱਕ ਰਾਜਾ ਦੂਸਰੇ ਰਾਜੇ ਨੂੰ ਹਰਾ ਦਿੰਦਾ ਹੈ ਤੇ ਕਵਨੈਂਟ ਸਾਈਨ ਕਰ ਦਿੰਦਾ ਹੈ, ਉਹ ਤੋਂ ਬਾਅਦ ਇਹਨਾਂ ਦਾ ਟ੍ਰੈਡੀਸ਼ਨ ਸੀਗਾ ਰੋਮ ਦੀ ਗਵਰਨਮੈਂਟ ਦਾ ਕਿ ਸਾਰੀ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਵਾਸਤੇ, ਸੋਲਜਰ ਦੇ ਸਾਹਮਣੇ ਦਿਖਾਉਣ ਦੇ ਵਾਸਤੇ, ਅਥਾਰਟੀ ਦੇ ਸਾਹਮਣੇ ਦਿਖਾਉਣ ਦੇ ਵਾਸਤੇ ਵੀ ਉਹ ਵਾਕਈ ਹਾਰ ਗਏ ਆ। ਫਿਰ ਇਹ ਜੇਤੂ ਰਾਜਾ ਜਿਹੜਾ ਸੀਗਾ ਉਹ ਦੂਜੇ ਹਾਰੇ ਹੋਏ ਰਾਜੇ ਬਣ ਜਾਂਦਾ ਸੀ ਤੇ ਜਾ ਕੇ ਉਹਦਾ ਮੁਕਟ ਜਿਹੜਾ ਸੀਗਾ, ਮੁਕਟ ਚੱਕ ਕੇ ਪਰੇ ਮਾਰਦਾ ਸੀ। ਫਿਰ ਉਹਦੇ ਜਿਹੜੇ ਤਗਮੇ ਲੱਗੇ ਹੁੰਦੇ ਸੀਗੇ ਉਹਦੇ ਮੋਢਿਆਂ ਤੇ, ਉਹ ਸਾਰੇ ਤਗਮੇ ਖਿੱਚ ਦਿੰਦਾ ਸੀਗਾ, ਤੋੜ ਦਿੰਦਾ ਸੀ ਤੇ ਐ ਮਾਰਦਾ ਸੀ ਤੇ ਉਹਦੇ ਤੇ ਲੱਤੜਨਾ ਸ਼ੁਰੂ ਕਰ ਦਿੰਦਾ ਸੀਗਾ। ਫਿਰ ਉਹਦੀ ਤਲਵਾਰ ਖਿੱਚ ਕੇ ਐ ਹਵਾ ਦੇ ਵਿੱਚ ਉਡਾ ਕੇ ਥੱਲੇ ਸੁੱਟ ਦਿੰਦਾ ਸੀਗਾ ਤੇ ਫਿਰ ਉਹ ਸਾਰੀ ਦੁਨੀਆ ਲੋਕ ਹੱਸਦੇ ਸੀਗੇ, ਉਹਦਾ ਮਖੌਲ ਉਡਾਉਂਦੇ ਸੀਗੇ ਵੀ ਹਾਂ ਇਹ ਹਾਰ ਗਿਆ, ਜਿਹੜੀ ਕਿ ਜਿੱਤੀ ਹੋਈ ਕੌਮ ਜਿਹੜੀ ਸੀਗੀ ਉਹ ਹੱਸਦੇ। ਸੋ ਇਹ ਜਿਹੜੀ ਕਹਿ ਲਓ ਕਿ ਇੱਕ ਟ੍ਰੈਡੀਸ਼ਨ ਸੀਗਾ, ਰੋਮ ਦਾ ਟ੍ਰੈਡੀਸ਼ਨ ਸੀਗਾ। ਇਹ ਇਦਾਂ ਕਰਦੇ ਸੀ ਤਾਂ ਕਿ ਉਹਦੀ ਫੌਜ ਨੂੰ ਪਤਾ ਲੱਗ ਗਿਆ ਵੀ ਹੁਣ ਉਹ ਜਿੱਤ ਨਹੀਂ ਰਹੇ, ਇਹਨਾਂ ਦੀ ਫੌਜ ਨੂੰ ਪਤਾ ਲੱਗ ਜਾਵੇ ਵੀ ਅਸੀਂ ਜਿੱਤ ਲਿਆ ਇਸ ਰਾਜੇ ਨੂੰ, ਹੁਣ ਅਸੀਂ ਮਤਲਬ ਮਾਲਕ ਹੈਗੇ ਆ, ਹੈ ਨਾ। ਸੋ ਇਹ ਪ੍ਰਭੂ ਯਿਸੂ ਦਾ ਆਪਾਂ ਵਚਨ ਪੜ੍ਹ ਕੇ ਗਏ ਆ ਕੋਲੋਸੀਅਨ ਚੈਪਟਰ 2 ਵਰਸ 14-15 ਵਿੱਚ ਇਹੀ ਵਰਡ ਯੂਜ਼ ਕੀਤੇ ਜਾਂਦੇ ਨੇ। ਅਪੈਕਦਮਾਈ ਦਾ ਮਤਲਬ ਹੈਗਾ ਆ, ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੈਗੇ ਆ ਅਪੈਕਦਮਾਈ ਦਾ ਜਿਹੜਾ ਆਪਾਂ ਵਰਡ ਦਾ ਮਤਲਬ ਹੈ ਇਸ ਜਗ੍ਹਾ ਤੇ ਦੇਖਿਆ ਡਿਸਆਰਮ ਕਰਨਾ, ਕਿ ਪ੍ਰਭੂ ਯਿਸੂ ਨੇ ਉੱਪਰ ਜਾ ਕੇ ਸੈਕੰਡ ਹੈਵਨ ਵਿੱਚ ਜਾ ਕੇ ਸ਼ੈਤਾਨ ਦੀ ਸਾਰੀ ਸ਼ਕਤੀ ਡਿਸਆਰਮ ਕਰਤੀ, ਸ਼ੈਤਾਨ ਦੀ ਸਾਰੀ ਅਥਾਰਟੀ ਡਿਸਆਰਮ ਕਰਤੀ। ਪ੍ਰਭੂ ਯਿਸੂ ਨੇ, ਮੈਂ ਸੋਚ ਸਕਦਾ ਹੈਗਾ ਸ਼ਾਇਦ ਪ੍ਰਭੂ ਯਿਸੂ ਉਹਦੀ ਸ਼ਕਤੀ ਨੂੰ ਚੱਕ ਕੇ ਐਂ ਮਾਰ ਰਹੇ ਸੀ ਤੇ ਉਹਦੇ ਤਗਮੇ ਡਾਰੇ ਸੀ, ਉਹਦੀਆਂ ਬੰਦੂਕਾਂ, ਉਹਦੀਆਂ ਤਲਵਾਰਾਂ ਜਾਂ ਉਹਦੇ ਮੁਕਟ ਜੋ ਵੀ ਆ ਚੱਕ ਕੇ ਸੱਟ ਰਹੇ ਸੀਗੇ ਤੇ ਸਾਰੇ ਜਿਹੜੇ ਇੱਕ ਤਰ੍ਹਾਂ ਉਹਦਾ ਮਖੌਲ ਉਡਾਇਆ ਜਾ ਰਿਹਾ ਸੀਗਾ। ਵਚਨ 'ਚ ਲਿਖਿਆ ਇੱਕ ਟ੍ਰੈਡੀਸ਼ਨ ਸੀਗਾ ਜਿਹਦਾ ਨਾਮ ਸੀਗਾ ਅਪੈਕਦਮਾਈ। ਇਹ ਕਲਚਰ ਸੀਗਾ ਰੋਮ ਦਾ। ਅਪੈਕਦਮਾਈ ਯਾਨੀ ਕਿ ਜਲੀਲ ਕਰਨਾ ਉਸ ਹਾਰੇ ਹੋਏ ਰਾਜੇ ਨੂੰ ਜਿਹੜਾ ਹਾਰ ਗਿਆ ਆ। ਪ੍ਰਭੂ ਯਿਸੂ ਮਸੀਹ ਨੇ ਜਾ ਕੇ ਸਾਰਿਆਂ ਦੇ ਸਾਹਮਣੇ, ਵਚਨ ਕਹਿੰਦਾ ਸਭ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਨੇ ਜਾ ਕੇ ਉਹਨੂੰ ਜਲੀਲ ਕੀਤਾ। ਲਿਖਿਆ ਹੈਵਿੰਗ stripped rulers and authorities, ਪ੍ਰਭੂ ਨੇ ਉਹਨਾਂ ਦੀ ਅਥਾਰਟੀ ਡਿਸਆਰਮ ਕਰ ਦਿੱਤੀ, ਉਹਨਾਂ ਦੇ ਰੂਲਰਸ ਡਿਸਆਰਮ ਕਰ ਦਿੱਤੇ। ਉੱਪਰ ਜਾ ਕੇ ਸੈਕੰਡ ਹੈਵਨ ਦੇ ਵਿੱਚ ਜਾ ਕੇ ਪ੍ਰਭੂ ਨੇ ਉਹਦੇ ਘਰ ਵਿੱਚ ਜਾ ਕੇ ਉਹਨੂੰ ਕੁੱਟਿਆ, ਜਿੱਦਾਂ ਕਹਿ ਲਓ ਤੁਸੀਂ ਉਹਦੇ ਘਰ ਵਿੱਚ ਜਾ ਕੇ ਉਹਨੂੰ ਡਿਸਆਰਮ ਕੀਤਾ। ਸ਼ੈਤਾਨ ਦੇ ਘਰ ਵਿੱਚ ਜਾ ਕੇ ਪ੍ਰਭੂ ਨੇ ਸ਼ੈਤਾਨ ਨੂੰ ਡਿਸਆਰਮ ਕੀਤਾ। ਸ਼ੈਤਾਨ ਦੇ ਘਰ ਵਿੱਚ ਜਾ ਕੇ ਉਹਨੂੰ ਐਸੀਆਂ ਲਾਈਆਂ, ਐਸਾ ਜਲੀਲ ਕੀਤਾ ਉਹਨੂੰ ਸਾਰਿਆਂ ਦੇ ਸਾਹਮਣੇ, ਸਾਰੀਆਂ ਬਦਬੂਆਂ ਦੇ ਸਾਹਮਣੇ, ਸਾਰੇ ਡੀਮਨਸ ਦੇ ਸਾਹਮਣੇ, ਸਾਰੇ ਫਾਲਨ ਐਂਜਲ ਦੇ ਸਾਹਮਣੇ, ਰੱਬ ਦੇ ਐਂਜਲ ਦੇ ਸਾਹਮਣੇ, ਰੱਬ ਦੇ ਸੰਤਾਂ ਦੇ ਸਾਹਮਣੇ, ਸਾਰੇ ਯੂਨੀਵਰਸ ਦੇ ਸਾਹਮਣੇ, ਰਾਜਾਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸੱਚਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਸ਼ੈਤਾਨ ਨੂੰ ਡਿਸਆਰਮ ਕਰਕੇ, ਸ਼ੈਤਾਨ ਦੀਆਂ ਸ਼ਕਤੀਆਂ ਕੈਂਸਲ ਕਰਕੇ, ਸ਼ੈਤਾਨ ਦੀ ਐਸੀ ਤੈਸੀ ਕਰਕੇ ਪੂਰੀ ਰੂਹ ਦੇ ਵਿੱਚ ਜੇਤੂ ਹੋ ਗਿਆ ਆ ਤੇ ਪ੍ਰਭੂ ਦੇ ਮੈਨੂੰ ਅੱਜ ਵੀ ਜਿੰਦਾ ਆ ਤੇ ਅੱਜ ਸਾਰੇ ਸਵਰਗ ਦਾ ਅਧਿਕਾਰ ਉਹਦੇ ਕੋਲੇ ਆ, ਅੱਜ ਸਾਰੀ ਧਰਤੀ ਦਾ ਅਧਿਕਾਰ ਉਹਦੇ ਕੋਲੇ ਆ ਤੇ ਇਹੀ ਰਾਜਾ ਦਾ ਰਾਜਾ ਆ, ਇਹੀ ਪ੍ਰਭੂਆਂ ਦਾ ਪ੍ਰਭੂ ਆ। ਤੇ ਪ੍ਰਭੂ ਦੇ ਮੈਨੂੰ ਖੁਸ਼ੀ ਗੱਲ ਇਹ ਆ ਕਿ ਤੁਹਾਡਾ ਵੀ ਪ੍ਰਭੂ ਇਹੀ ਆ ਤੇ ਮੇਰਾ ਵੀ ਪ੍ਰਭੂ ਦੇ ਇਹੀ ਆ। ਤੇ ਵਚਨ ਕਹਿੰਦਾ ਆ ਕਿ ਪ੍ਰਭੂ ਯਿਸੂ ਨੇ ਇਹ ਸਾਰੀ ਸ਼ਕਤੀ ਆਪਣੇ ਕਲੀਸਿਆ ਨੂੰ ਟ੍ਰਾਂਸਫਰ ਕਰਤੀ ਆ ਤੇ ਦੇਤੀ ਆ। ਤੇ ਪ੍ਰਭੂ ਦਾ ਵਚਨ ਕਹਿੰਦਾ ਆ ਹੁਣ ਸ਼ੈਤਾਨ ਦੀਆਂ ਕੋਈ ਫੌਜਾਂ ਵੀ ਉਹਨਾਂ ਨੂੰ ਛੂ ਤੱਕ ਨਹੀਂ ਸਕਦੀਆਂ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਪ੍ਰਜਾ ਦੇ ਲੋਕ ਨੇ, ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਅੰਡਰ ਨੇ, ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈਂਦੇ ਨੇ, ਜਿਹੜੇ ਪ੍ਰਭੂ ਯਿਸੂ ਮਸੀਹ ਦੀ ਲਹੂ ਦੀ ਸ਼ਕਤੀ ਦੇ ਥੱਲੇ ਚੱਲਦੇ ਨੇ, ਜਿਹੜੇ ਰੱਬ ਦੀ ਰੂਹ ਦੇ ਵਿੱਚ
ਭਰੇ ਹੋਏ ਨੇ ਤੇ ਜਿਹੜੇ ਰੱਬ ਦੀ ਰੂਹ ਦੇ ਜਨਮ ਪ੍ਰਾਪਤ ਕਰਕੇ ਪਰਮੇਸ਼ਰ ਦੇ ਵਚਨਾਂ ਦੀ ਛਾਂ ਦੇ ਵਿੱਚ ਚੱਲਦੇ ਨੇ, ਤੋੜਦੇ ਨੇ। ਪ੍ਰਭੂ ਤੇ ਭੈਣੋ, ਤੁਹਾਡੇ ਸੱਜੇ ਡਿੱਗਣਗੇ 1000 ਤੇ ਖੱਬੇ ਡਿੱਗਣਗੇ 10,000, ਜਾਂ ਖੱਬੇ 1000 ਸੱਜੇ 10,000, ਲੇਕਿਨ ਤੁਹਾਨੂੰ ਕੋਈ ਚੀਜ਼ ਛੂ ਨਹੀਂ ਸਕੇਗੀ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਜੋ ਮੁਰਦਾ ਸੀ, ਉਹਨਾਂ ਨੇ ਜੀ ਉੱਠ ਕੇ ਦੂਸਰੇ ਹੈਵਨ 'ਚ ਜਾ ਕੇ ਸ਼ੈਤਾਨ ਦੇ ਘਰ ਵਿੱਚ ਜਾ ਕੇ ਸ਼ੈਤਾਨ ਦੀਆਂ ਧੱਜੀਆਂ ਉਡਾਤੀਆਂ, ਉਹਦੀ ਸ਼ਕਤੀ ਦੀਆਂ ਧੱਜੀਆਂ ਉਡਾਤੀਆਂ, ਉਹਦੀ ਅਥਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਡਿਸਆਰਮ ਕਰ ਦਿੱਤਾ। ਪ੍ਰਭੂ ਦਾ ਵਚਨ ਆਪਾਂ ਨੂੰ ਇਹ ਦੱਸਦਾ ਆ, ਲਿਖਿਆ ਹੈ ਇੰਗਲਿਸ਼ ਵਿੱਚ, ਕਹਿੰਦਾ ਆ he made a show of them publicly ਇੱਕ ਸ਼ੋਅ ਬਣਾਤਾ। ਪਬਲਿਕਲੀ ਦਾ ਐਂਟਰਟੇਨਮੈਂਟ ਹੁੰਦੀ ਹੈ, ਇੱਕ ਸ਼ੋਅ ਕੀਤਾ ਪਬਲਿਕਲੀ। ਇਹ ਕਲਚਰ ਸੀਗਾ, ਪਾਰਟ ਦਾ ਕਲਚਰ ਰੋਮਨਸ ਦਾ। ਪਬਲਿਕਲੀ ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਜ਼ਲੀਲ ਕੀਤਾ, ਪਬਲਿਕਲੀ, ਉਸ ਸ਼ਕਤੀ ਦੇ ਨਾਲ ਜਿਹੜੀ ਸ਼ਕਤੀ ਪ੍ਰਭੂ ਯਿਸੂ ਨੂੰ ਮਿਲੀ ਸੀਗੀ, ਕਿਉਂਕਿ ਉਹਨਾਂ ਨੇ ਸਲੀਬ ਦੇ ਉੱਤੇ ਆਪਣਾ ਲਹੂ ਦੇ ਕੇ ਪਾਪ ਦਾ ਨਾਸ਼ ਕਰ ਦਿੱਤਾ ਸੀਗਾ ਤੇ ਸਾਰੀ ਅਧਿਕਾਰ, ਸਾਰੀ ਅਥਾਰਟੀ ਹੁਣ ਪ੍ਰਭੂ ਯਿਸੂ ਮਸੀਹ ਕੋਲੇ ਸੀ। ਉਸ ਅਥਾਰਟੀ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਜਾ ਕੇ ਪਬਲਿਕਲੀ ਆਮਣੇ ਸਾਹਮਣੇ ਸਾਰੀ ਦੁਨੀਆ ਦੇ ਸਾਹਮਣੇ, ਜਿੱਦਾਂ ਆਪਣੇ ਇੰਡੀਆ ਦੇ ਵਿੱਚ ਕਿਸੇ ਨੂੰ ਜਲੀਲ ਕਰਨਾ ਹੁੰਦਾ, ਗਧੇ ਤੇ ਉਹਦਾ ਮੂੰਹ ਕਾਲਾ ਕਰਕੇ ਬਿਠਾ ਦਿੰਦੇ ਨੇ, ਪੁੱਠਾ ਬਿਠਾ ਦਿੰਦੇ ਨੇ ਗਧੇ ਤੇ, ਮੂੰਹ ਕਾਲਾ ਕੱਟ ਕੇ, ਫਿਰ ਉਹਨੂੰ ਸਾਰੇ ਪਿੰਡ ਦੇ ਵਿੱਚ ਚੱਕਰ ਦਿੰਦੇ ਨੇ। ਮੈਨੂੰ ਨਹੀਂ ਪਤਾ ਵੀ ਇਹ ਰਾਈਡ ਕਿੰਨਿਆਂ ਨੇ ਲਈ ਹੋਏਗੀ, ਲੇਕਿਨ ਇਹ ਵੀ ਪ੍ਰਾਪਤ ਬਣੋ ਇੱਕ ਕਲਚਰ ਸੀਗਾ ਰੋਮ ਦਾ, ਜਲੀਲ ਕਰਨਾ, ਜਿਹਨੂੰ ਕਹਿੰਦੇ ਨੇ ਅਪੈਕਡੋਮਾਈ। ਇੱਕ ਬਹੁਤ ਵੱਡੀ ਇਵੈਂਟ ਹੋਈ ਆ, ਜ਼ਬਰਦਸਤ ਇਵੈਂਟ ਹੋਈ ਆ, ਜਿੱਥੇ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਨੂੰ ਜਲੀਲ ਕਰ ਦਿੱਤਾ ਆ, ਸ਼ੈਤਾਨ ਨੂੰ ਢਾ ਦਿੱਤਾ ਆ, ਸ਼ੈਤਾਨ ਨੂੰ ਛੱਡ ਦਿੱਤਾ ਆ, ਸ਼ੈਤਾਨ ਦੇ ਉੱਤੇ ਹੁਣ ਥੁੱਕਦਾ ਨਹੀਂਗਾ ਕੋਈ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਨੇ ਇਹ ਮੇਡ ਏ ਸ਼ੋ ਆਫ them publicly, ਫਿਰ ਲਿਖਿਆ triumphing over them in it, ਉਹਨਾਂ ਸਾਰਿਆਂ ਤੇ ਜਿੱਤ ਪ੍ਰਾਪਤ ਕਰਨ ਵਾਸਤੇ, ਉਹਨਾਂ ਸਾਰਿਆਂ ਤੇ ਜੇਤੂ ਠਹਿਰਨ ਦੇ ਵਾਸਤੇ। ਆਮੇਨ। ਉਹਨਾਂ ਸਾਰਿਆਂ ਦੇ ਉੱਤੇ ਪ੍ਰਭੂ ਨੇ ਜਿੱਤ ਪ੍ਰਾਪਤ ਕਰਤੀ। ਇਹ ਵਰਡ ਜਿਹੜਾ ਸਟ੍ਰਾਈਪ, ਇੱਕ ਵਰਡ ਯੂਜ਼ ਕੀਤਾ ਜਾਂਦਾ ਜਿਹਨੂੰ ਡਿਸਆਰਮ ਕਹਿੰਦੇ ਨੇ, ਲੇਕਿਨ ਗ੍ਰੀਕ ਦੇ ਵਿੱਚ ਇਹਨੂੰ ਐਪੈਕਡੋਮਾਈ ਕਹਿੰਦੇ ਨੇ। ਆਪਾਂ ਦੇਖਿਆ ਇਹ ਵਰਡ ਜਿਹੜਾ ਲਿਖਿਆ ਗਿਆ। ਇਹ ਤੋਂ ਬਾਅਦ ਜਿਹੜਾ ਰੋਮਨ ਜਨਰਲ ਹੁੰਦਾ ਹੈ ਜਾਂ ਰੋਮ ਦਾ ਰਾਜਾ ਹੁੰਦਾ, ਇੱਕ ਸਾਈਨ ਕਰਦਾ ਹੁੰਦਾ। ਹੁਣ ਸਾਈਨ ਕਰਵਾਉਣਾ ਹੁੰਦਾ ਆਪਣੇ ਦੁਸ਼ਮਣ ਰਾਜ ਤੋਂ ਵੀ, ਜਿਹਨੂੰ ਹਰਾ ਦਿੱਤਾ ਆ, ਤੇ ਉਹ ਵੀ ਸਾਈਨ ਕਰਦਾ। ਉਹਦੇ ਵਿੱਚ ਕੰਟਰੈਕਟ ਹੁੰਦਾ ਤੇ ਕੰਟਰੈਕਟ ਦੇ ਵਿੱਚ ਇਹ ਲਿਖਿਆ ਹੁੰਦਾ ਆ ਕਿ ਉਦੋਂ ਤੋਂ ਬਾਅਦ, ਉਹ ਸਾਈਨ ਹੋਣ ਤੋਂ ਬਾਅਦ ਲਿਖਿਆ ਹੁੰਦਾ ਆ ਕਿ ਜਿੰਨੇ ਵੀ ਤੇਰੇ ਲੋਕ ਨੇ ਉਹ ਸਾਰੇ ਮੇਰੇ ਅੰਡਰ ਨੇ, ਜਿੰਨੇ ਵੀ ਤੇਰੇ ਲੋਕ ਨੇ ਸਾਰੇ ਮੇਰੇ ਅੰਡਰ ਨੇ। ਤੇ ਉਦੋਂ ਤੋਂ ਬਾਅਦ, ਉਸ ਕੰਟਰੈਕਟ ਤੋਂ ਬਾਅਦ, ਤੇਰੀ ਅਥਾਰਟੀ ਮੇਰੇ ਲੋਕਾਂ ਤੇ ਖਤਮ ਹੋ ਗਈ ਆ, ਮੇਰੀ ਅਥਾਰਟੀ ਤੇਰੇ ਲੋਕਾਂ ਤੇ ਬਣ ਗਈ ਆ, ਤੇ ਤੇਰੀਆਂ ਸਾਰੀਆਂ ਪੋਜੈਸ਼ਨਸ ਮੇਰੀਆਂ ਨੇ, ਤੇ ਤੇਰੀਆਂ ਸਾਰੀਆਂ ਬਿਲੋਂਗਿੰਗਸ ਮੇਰੀਆਂ ਨੇ, ਤੇ ਤੇਰਾ ਸਾਰਾ ਖਜ਼ਾਨਾ ਮੇਰਾ ਆ। ਤੇਰਾ ਕੋਈ ਪ੍ਰਿਵਿਲੇਜ ਨਹੀਂ ਰਹਿ ਗਿਆ। ਉਹਦੇ ਸਾਰੇ ਪ੍ਰਿਵਿਲੇਜ ਕੈਂਸਲ ਕਰ ਦਿੱਤੇ ਜਾਂਦੇ ਨੇ, ਉਹਦੇ ਸਾਰੇ ਵੀਜ਼ੇ ਜਿਹੜੇ ਨੇ ਡਿਸਟਰੋਏ ਕਰ ਦਿੱਤੇ ਜਾਂਦੇ ਨੇ, ਵੀਜ਼ੇ ਕੈਂਸਲ ਕਰ ਦਿੱਤੇ ਜਾਂਦੇ ਨੇ, ਨਲੀਫਾਈ ਕਰ ਦਿੱਤੇ ਜਾਂਦੇ ਨੇ। ਉਹਦੇ ਸਾਰੇ ਜਿਹੜੇ ਵੀਜ਼ੇ ਹੈਗੇ ਨੇ, ਉਹਦੇ ਰਾਈਟਸ ਉਹ ਤੋਂ ਖੋਹ ਲਏ ਜਾਂਦੇ ਨੇ। ਸੋ ਜਾਣੀ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਥੱਲੇ ਜਿੰਨੇ ਲੋਕ ਨੇ, ਜਿਹੜੇ ਪ੍ਰਭੂ ਦਾ ਨਾਮ ਲੈਂਦੇ ਨੇ, ਜਿਹੜੇ ਪ੍ਰਭੂ ਦੇ ਲਹੂ ਦੇ ਥੱਲੇ ਨੇ, ਉਹਨਾਂ ਦੇ ਉੱਤੇ ਹੁਣ ਸ਼ੈਤਾਨ ਦੀ ਇੱਕ ਨਹੀਂ ਚੱਲ ਸਕਦੀ। ਪ੍ਰਾਪਤ ਪੈਣਾ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਆਪਾਂ ਪ੍ਰਭੂ ਯਿਸੂ ਦਾ ਸਰੀਰ ਆ। ਪ੍ਰਭੂ ਯਿਸੂ ਨੇ ਇਹ ਕੰਟਰੈਕਟ ਸਾਈਨ ਕਰਕੇ ਤੇ ਪੁਰਾਣੇ ਕੰਟਰੈਕਟ ਪਾੜ ਕੇ, ਜਿਹੜੇ ਸ਼ੈਤਾਨ ਨੇ ਬਣਾਏ ਹੋਏ ਸੀਗੇ ਆਦਮ ਤੇ ਹਵਾ ਤੋਂ ਪਾਪ ਕਰਵਾ ਕੇ, ਡਿਸਟਰੋਏ ਕਰਕੇ, ਪ੍ਰਭੂ ਯਿਸੂ ਨੇ ਸ਼ੈਤਾਨ ਤੋਂ ਕੁੰਜੀਆਂ ਖੋਲ੍ਹੀਆਂ ਨੇ, ਨਰਕਾਂ ਦੀਆਂ ਵੀ ਖੋਲ੍ਹੀਆਂ ਨੇ, ਸਾਰੀਆਂ ਅਥਾਰਟੀ ਦੀਆਂ ਕੁੰਜੀਆਂ ਵੀ ਖੋਲ੍ਹੀਆਂ ਨੇ। ਅੱਜ ਰਾਜਾਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ ਪਰਮੇਸ਼ਰ ਦਾ ਇੱਕੋ ਹੀ ਨਾਮ ਹੈ, ਯਿਸੂ ਮਸੀਹ। ਯਿਸੂ ਮਸੀਹ ਹੀ ਰਾਜਾ ਆ, ਯਿਸੂ ਮਸੀਹ ਮੁਕਤੀਦਾਤਾ ਆ, ਯਿਸੂ ਮਸੀਹ ਹੀ ਆਪਣੇ ਪਾਪ ਧੋਂਦਾ ਆ, ਯਿਸੂ ਮਸੀਹ ਹੀ ਆਪਣੀਆਂ ਬਿਮਾਰੀਆਂ ਖਤਮ ਕਰ ਦਿੰਦਾ ਹੈ, ਤੇ ਯਿਸੂ ਮਸੀਹ ਦੇ ਲੋਕਾਂ ਨੂੰ ਸ਼ੈਤਾਨ ਟੱਚ ਤੱਕ ਨਹੀਂ ਕਰ ਸਕਦਾ। ਯਿਸੂ ਮਸੀਹ ਦੇ ਲੋਕਾਂ ਨੂੰ ਪ੍ਰਭੂ ਸ਼ੈਤਾਨ ਦੇਖ ਤੱਕ ਕਰ ਨਹੀਂ ਸਕਦਾ। ਪ੍ਰਭੂ ਸ਼ੈਤਾਨ ਆਪਣੇ ਪੈਰਾਂ ਥੱਲੇ ਹੈ। ਕਿਉਂ? ਕਿਉਂਕਿ ਪ੍ਰਭੂ ਨੇ ਇੱਕ ਬਹੁਤ ਵੱਡੀ ਇਵੈਂਟ ਕਰ ਦਿੱਤੀ ਹੈਗੀ ਆ, ਅਪੈਕਡੋਮਾਈ, ਯਾਨੀ ਕਿ ਡਿਸਾਰਮ ਕਰ ਦਿੱਤਾ। ਸ਼ੈਤਾਨ ਦੀ ਵਰਦੀ ਲਾ ਦਿੱਤੀ ਆ ਪ੍ਰਭੂ ਯਿਸੂ ਨੇ, ਵਰਦੀ ਲਾ ਦਿੱਤੀ ਆ। ਉਹ ਸਿਰਫ ਬੜੈਣ ਦੇ ਵਿੱਚ ਤੇ ਪਜਾਮੇ ਦੇ ਵਿੱਚ ਖੜਾ ਰਿਹਾ, ਬੇਸ਼ਰਮ ਕਰ ਦਿੱਤਾ ਸਾਰੇ ਲੋਕਾਂ ਦੇ ਸਾਹਮਣੇ। ਇਹ ਇੱਕ ਇਵੈਂਟ ਹੁੰਦੀ ਹੈ, ਕੁਝ ਐਗਜ਼ੈਕਟਲੀ ਪਤਾ ਨਹੀਂ ਕਿੱਦਾਂ ਹੋਇਆ ਹੋਏਗਾ, ਦੇਖਾਂਗੇ ਆਪਾਂ ਉੱਥੇ ਜਾ ਕੇ ਕਿੱਦਾਂ ਹੋਇਆ ਹੋਏਗਾ। ਦੇਖਣ ਵਾਲੀ ਗੱਲ ਹੈਗੀ ਆ ਭਰਾਓ। ਆਓ ਭੰਗੜੇ ਪਾਈਏ, ਆਓ ਗਿੱਧੇ ਪਾਈਏ,
ਆਓ ਸਾਰੀ ਮਹਿਮਾ ਸਾਰਾ ਜਲਾਲ ਸੱਚੇ ਪਰਮਾਤਮਾ ਨੂੰ ਦਈਏ ਕਿ ਆਪਣਾ ਪ੍ਰਭੂ ਯਿਸੂ ਮਸੀਹ ਮੁਰਦਿਆਂ ਨੂੰ ਜੀ ਉਠਾਇਆ ਤੇ ਸੈਕੰਡ ਹੈਵਨ ਵਿੱਚ ਜਾ ਕੇ ਉਹਨੇ ਸ਼ੈਤਾਨ ਦੀਆਂ ਧੱਜੀਆਂ ਉਡਾ ਦਿੱਤੀਆਂ, ਉਹਨੂੰ ਡਿਸਆਰਮ ਕਰਤਾ, ਉਹਦੀ ਸ਼ਕਤੀ ਨੂੰ ਕੈਂਸਲ ਕਰਤਾ, ਉਹਦੀ ਅਥਾਰਟੀ ਖੋਲੀ, ਉਹਦੀ ਰੂਲਰਸ ਖੋਲੇ, ਉਹਦੇ ਰਾਈਟਸ ਖੋਲੀਆਂ ਤੇ ਸਾਰਾ ਅਧਿਕਾਰ ਆਪਣੇ ਕਲੀਸਿਆ ਨੂੰ ਦੇ ਦਿੱਤਾ, ਆਪਣੇ ਵਿਸ਼ਵਾਸੀਆਂ ਨੂੰ ਦੇ ਦਿੱਤਾ। ਪ੍ਰਭੂ ਦੇ ਭੈਣੋ, ਅੱਜ ਆਪਾਂ ਸਿਰ ਉਠਾ ਕੇ ਚੱਲ ਸਕਦੇ ਹਾਂ, ਅੱਜ ਆਪਾਂ ਬਦਰੂਆਂ ਨੂੰ ਘੂਰ ਸਕਦੇ ਹਾਂ, ਅੱਜ ਬਿਮਾਰੀਆਂ ਨੂੰ ਹੁਕਮ ਦੇ ਸਕਦੇ ਹਾਂ, ਅੱਜ ਯਿਸੂ ਦੇ ਨਾਮ 'ਚ ਦਰਵਾਜ਼ੇ ਖੁੱਲਣਗੇ, ਅੱਜ ਯਿਸੂ ਦੇ ਨਾਮ ਵਿੱਚ ਗੋਲੀਅਟ ਡਿੱਗਣਗੇ, ਅੱਜ ਯਿਸੂ ਦੇ ਨਾਮ 'ਚ ਸਵਰਗ ਖੁੱਲੇਗਾ, ਅੱਜ ਯਿਸੂ ਦੇ ਨਾਮ ਦੇ ਵਿੱਚ ਵੱਡੀ ਵੱਡੀ ਕੰਧਾਂ ਡਿੱਗ ਪੈਣਗੀਆਂ, ਅੱਜ ਯਿਸੂ ਦੇ ਨਾਮ ਦੇ ਵਿੱਚ ਵੱਡੇ ਵੱਡੇ ਪਹਾੜਾਂ ਨੂੰ ਤੁਸੀਂ ਹੁਕਮ ਦਿਓਗੇ ਕਿ ਸਮੁੰਦਰਾਂ ਦੇ ਵਿੱਚ ਚਲੇ ਜਾਓ ਤੇ ਉਹ ਸਮੁੰਦਰ ਦੇ ਵਿੱਚ ਚਲੇ ਜਾਣਗੇ। ਪ੍ਰਭੂ ਦੇ ਭੈਣੋ, ਐਸੀ ਅਥਾਰਟੀ ਨਾ ਹੀ ਕਦੇ ਕਿਸੇ ਨੇ ਦੇਖੀ ਆ, ਨਾ ਹੀ ਕਦੇ ਕਿਸੇ ਨੇ ਪਾਈ ਆ, ਲੇਕਿਨ ਉਹਦੇ ਲੋਕਾਂ ਨੇ ਪਾ ਲਈ ਆ, ਉਹਦੇ ਚਰਚ ਨੇ ਪਾ ਲਈ ਆ, ਵਿਸ਼ਵਾਸੀਆਂ ਨੇ ਪਾ ਲਿਆ। ਤਾਂ ਹੀ ਪ੍ਰਭੂ ਦੇ ਭੈਣੋ ਕਿੰਨਾ ਜ਼ਰੂਰੀ ਆ, ਵਿਸ਼ਵਾਸ ਕਰਦੇ ਰਹੋ, ਪ੍ਰਭੂ ਯਿਸੂ ਮਸੀਹ ਵਿੱਚ ਵੱਧਦੇ ਰਹੋ, ਉਹਦੇ ਵਚਨਾਂ ਨੂੰ ਆਪਣੇ ਵਿੱਚ ਪਾਉਂਦੇ ਰਹੋ, ਉਹਦੀ ਹਜ਼ੂਰੀ ਦੇ ਨਾਲ ਆਪਣੇ ਆਪ ਨੂੰ ਭਰੀ ਰੱਖੋ, ਆਪਣੀ ਦੂਸਰੀਆਂ ਬੋਲੀਆਂ 'ਚ ਬੋਲ ਕੇ ਰੱਬ ਦੀ ਰੂਹ ਦੇ ਵਿੱਚ ਅੱਗੇ ਵਧੀਏ ਪ੍ਰਭੂ ਦੇ ਭੈਣੋ, ਕਿਉਂਕਿ ਜੋ ਪਰਮੇਸ਼ਰ ਨੇ ਆਪਾਂ ਨੂੰ ਦਿੱਤਾ ਉਹ ਬਹੁਤ ਵੱਡਾ ਆ, ਤੇ ਜਿਹੜਾ ਆਪਣੇ ਨਾਲ ਚੱਲਦਾ ਆ ਉਹ ਬਹੁਤ ਵੱਡਾ ਆ। ਜਿਹੜਾ ਆਪਣੇ ਨਾਲ ਚੱਲਦਾ ਹੈ, ਜਦੋਂ ਉਹ ਚੱਲਦਾ ਧਰਤੀ ਹਿਲਦੀ ਆ, ਧਰਤੀ ਕੰਬਦੀ ਆ, ਧਰਤੀ ਹਿਲਦੀ ਆ, ਤੇ ਬਦਰੂਆਂ ਵੀ ਹਿਲਦੀਆਂ ਨੇ, ਸ਼ੈਤਾਨ ਵੀ ਹਿਲਦੀਆਂ ਨੇ, ਉਹ ਆਪਣੇ ਨੇੜੇ ਤੱਕ ਨਹੀਂ ਆ ਸਕਦੇ। ਪ੍ਰਭੂ ਦੇ ਭੈਣੋ, ਐਡੀ ਵੱਡੀ ਜਿੱਤ ਦਿੱਤੀ ਆ ਪ੍ਰਭੂ ਨੇ ਤੁਹਾਨੂੰ, ਕਿਉਂਕਿ ਤੁਸੀਂ ਵਿਸ਼ਵਾਸ ਕਰ ਲਿਆ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ। ਪ੍ਰਭੂ ਦੇ ਭੈਣੋ, ਆਪੇ ਕਦਮਾਈ ਮਤੀ 28:18 ਵਿੱਚ ਲਿਖਿਆ, ਹੁਣ ਸਾਰੀ ਸਵਰਗਾਂ ਦੀ ਅਥਾਰਟੀ, ਸਾਰੀ ਧਰਤੀ ਦੀ ਅਥਾਰਟੀ ਮੇਰੇ ਕੋਲ ਆ, ਤੇ ਹੁਣ ਮੈਂ ਇਹ ਅਥਾਰਟੀ ਆਪਣੇ ਵਿਸ਼ਵਾਸੀਆਂ ਨੂੰ, ਆਪਣੇ ਚੇਲਿਆਂ ਨੂੰ, ਆਪਣੇ ਚਰਚ ਨੂੰ, ਬੋਡੀ ਆਫ ਕ੍ਰਾਈਸਟ ਨੂੰ ਟ੍ਰਾਂਸਫਰ ਕਰ ਦਿੱਤੀ ਆ। ਪ੍ਰਭੂ ਦੇ ਭੈਣੋ, ਇਹ ਪ੍ਰਭੂ ਯਿਸੂ ਮਸੀਹ ਜੀ ਨੇ ਕੰਮ ਕੀਤਾ ਹੈਗਾ ਆ। ਤੇ ਐਫਸੀਆਂ ਦਾ ਪਹਿਲਾ ਚੈਪਟਰ ਤੋਂ ਉਹਦੇ 20ਵੇਂ ਵਰਸ ਦੇ ਵਿੱਚ ਲਿਖਿਆ ਆ ਕਿ ਜਾ ਕੇ ਪ੍ਰਭੂ ਯਿਸੂ ਇਹ ਕੰਮ ਕਰਨ ਤੋਂ ਬਾਅਦ ਪ੍ਰਭੂ ਯਿਸੂ ਜਾਂਦੇ ਨੇ ਤੀਸਰੇ ਹੈਵਨ ਦੇ ਵਿੱਚ, ਥਰਡ ਹੈਵਨ ਵਿੱਚ ਜਾ ਕੇ ਪਿਤਾ ਦੇ ਸੱਜੇ ਹੱਥ ਤਖਤ ਤੇ ਬੈਠ ਜਾਂਦੇ ਨੇ। ਇਹ ਕੰਮ ਮੁਕੰਮਲ ਕਰਕੇ ਤੇ ਆਪਾਂ ਸਾਰੇ ਵੀ ਪ੍ਰਭੂ ਦੇ ਨਾਲ ਤਖਤ ਤੇ ਬੈਠੇ ਹੋਏ ਆ। ਪ੍ਰਭੂ ਤੇ ਬਣਾਓ, ਪ੍ਰਭੂ ਦਾ ਧੰਨਵਾਦ ਕਰਦੇ ਆ ਇਸ ਬਹੁਤ ਵੱਡੀ ਅਥਾਰਟੀ ਦਾ ਜਿਹੜਾ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ। ਇੱਕ ਹੋਰ ਵਰਸ ਹੈਗਾ ਆ ਅਬਰਾਨੀਆਂ ਦੇ ਦੂਸਰੇ ਚੈਪਟਰ ਦੇ ਵਿੱਚ, ਉਹਦਾ 14ਵਾਂ ਵਰਸ ਆ, ਤੁਸੀਂ ਪੜ੍ਹ ਸਕਦੇ ਹੈਗੇ ਹੋ ਇਹ ਵਰਸ ਨੂੰ। ਤੇ ਅਬਰਾਨੀਆਂ ਦਾ ਦੂਸਰਾ ਚੈਪਟਰ ਉਹਦਾ 14ਵਾਂ ਵਰਸ ਆ, ਜਿਹਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਨੇ ਡਿਸਟਰੋਏ ਕਰ ਦਿੱਤਾ ਮੌਤ ਨੂੰ ਤੇ ਮੌਤ ਦੀ ਸ਼ਕਤੀ ਨੂੰ। ਵਾਹ, ਜ਼ਬਰਦਸਤ ਪ੍ਰਭੂ ਤੇ ਬਣੋ ਹੈ। ਇਹ ਪ੍ਰਭੂ ਨੇ ਪੂਰੀ ਤਰ੍ਹਾਂ ਦੇ ਨਾਲ ਇਸ ਸ਼ਕਤੀ ਨੂੰ ਡਿਸਟਰੋਏ ਕਰਕੇ ਜਿੱਤ ਆਪਾਂ ਨੂੰ ਦੇ ਦਿੱਤੀ ਹੈਗੀ ਆ। ਸੋ ਪ੍ਰਭੂ ਤੇ ਬਣੋ, ਇਹ ਤਾਂ ਸੀਗੀ ਪ੍ਰਭੂ ਦੀ ਤੀਸਰੀ ਸਟੇਜ ਕਿ ਪ੍ਰਭੂ ਯਿਸੂ ਜਾਂਦੇ ਨੇ ਥੱਲੋਂ ਧਰਤੀ ਤੋਂ ਸੈਕੰਡ ਹੈਵਨ ਦੇ ਵਿੱਚ ਜਾਂਦੇ ਨੇ। ਹੁਣ ਸੈਕੰਡ ਹੈਵਨ ਚੋਂ ਪ੍ਰਭੂ ਯਿਸੂ ਮਸੀਹ ਥਰਡ ਹੈਵਨ ਵਿੱਚ ਜਾਂਦੇ ਨੇ। ਤੇ ਪ੍ਰਭੂ ਦੇ ਬਣੋ, ਇਹ ਪ੍ਰਭੂ ਯਿਸੂ ਦੀ ਚੌਥੀ ਸਟੇਜ ਹੈਗੀ ਆ। ਤੇ ਜਦੋਂ ਥਰਡ ਹੈਵਨ ਵਿੱਚ ਜਾਂਦੇ ਨੇ ਪ੍ਰਭੂ ਦੇ ਬਣੋ, ਪ੍ਰਭੂ ਦਾ ਵਚਨ ਕਹਿੰਦਾ ਕਿ ਜਦੋਂ ਥਰਡ ਹੈਵਨ ਵਿੱਚ ਜਾਂਦੇ ਨੇ ਤੇ ਉਹ ਜਿਹੜੇ ਪੁਰਾਣੇ ਨੇਮ ਜਿਹੜੇ ਸੇਂਟਸ ਸੀਗੇ ਉਹ ਵੀ ਪ੍ਰਭੂ ਯਿਸੂ ਦੇ ਨਾਲ ਜਾ ਰਹੇ ਹੁੰਦੇ ਨੇ। ਮੈਂ ਤੇ ਜਦੋਂ ਜਾ ਰਹੇ ਹੁੰਦੇ ਨੇ ਤੀਸਰੇ ਹੈਵਨ ਵਿੱਚ ਪੜਨ ਲੱਗਦੇ ਹੁੰਦੇ ਨੇ, ਹੈਵਨ ਦਾ ਜਿਹੜਾ ਦਰਵਾਜ਼ਾ ਮੂਹਰੇ ਹੁੰਦਾ, ਤੇ ਇੱਕ ਪ੍ਰੋਫੈਸੀ ਹੈਗੀ ਆ ਪੁਰਾਣੇ ਨੇਮ ਦੇ ਵਿੱਚ ਕਿ ਇਹ ਜਿਹੜੇ ਸੰਤ ਜਿਹੜੇ ਜਾ ਰਹੇ ਹੈਗੇ ਨੇ ਉਹ ਦੂਰੋਂ ਆਵਾਜ਼ਾਂ ਮਾਰਦੇ ਨੇ, ਦਰਵਾਜ਼ਾ ਖੋਲੋ, ਦਰਵਾਜ਼ਾ ਖੋਲੋ, ਕੁਛ ਏਦਾਂ ਕਰਕੇ ਹੋਏਗਾ ਸ਼ਾਇਦ। ਲੇਕਿਨ ਤੁਸੀਂ ਇਹ ਪ੍ਰੋਫੈਸੀ ਪੜ੍ਹ ਸਕਦੇ ਹੈਗੇ ਆ। ਜ਼ਬੂਰ 24ਵਾਂ ਚੈਪਟਰ ਤੇ ਉਹਦਾ 9ਵਾਂ ਵਰਸ ਪੜਾਂਗੇ ਆਪਾਂ। ਸਾਮ ਚੈਪਟਰ 24 ਵਰਸ 9 ਦੇਖਾਂਗੇ ਪੰਜਾਬੀ ਦੇ ਵਿੱਚ। ਜੀ ਹਾਂ, ਜ਼ਬੂਰ 24 8 9 10। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਹਾਂ, ਇਹ ਪ੍ਰਭੂ ਹੈ। ਉਹ ਸ਼ਕਤੀਸ਼ਾਲੀ ਅਤੇ ਬਲਵੰਤ ਹੈ ਅਤੇ ਯੁੱਧਾਂ ਵਿੱਚ ਮਹਾਬਲੀ ਹੈ। ਹੇ ਫਾਟਕੋ, ਤੁਸੀਂ ਉੱਚੇ ਹੋ ਜਾਵੋ, ਹੇ ਦਰਵਾਜ਼ਿਓ, ਤੁਸੀਂ ਖੁੱਲੇ ਹੋ ਜਾਵੋ, ਤਾਂ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਇਹ ਫੌਜਾਂ ਦਾ ਪ੍ਰਭੂ ਹੈ। ਇਹੋ ਮਹਾਪ੍ਰਤਾਪੀ ਰਾਜਾ ਹੈ। ਵਾਹ, ਇਹ ਗੀਤ ਆਪਾਂ ਬਹੁਤ ਦਫਾ ਗਾਣੇ ਹੈਗੇ ਆ ਬਈ, ਦਰਵਾਜ਼ਿਓ ਸਿਰ ਉਠਾਓ, ਰਾਜਾਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਆ ਰਿਹਾ ਹੈ। ਤੇ ਉਦੋਂ ਪ੍ਰਭੂ ਯਿਸੂ ਸਵਰਗ ਜਾਂਦੇ ਨੇ ਤੇ ਉਹਦੇ ਨਾਲ ਇਹ ਜਿਹੜੇ ਸੰਤ ਸੀਗੇ ਪੁਰਾਣੇ ਨੇਮ ਦੇ, ਇਹ ਵੀ ਸਵਰਗ ਵਿੱਚ ਐਂਟਰ ਹੁੰਦੇ ਨੇ। ਪ੍ਰਭੂ ਬਣੋ, ਤੇ ਇਸ ਜਗ੍ਹਾ ਤੇ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਇਬਰਾਨੀਆਂ ਦੇ 9ਵੇਂ ਚੈਪਟਰ ਦੇ ਵਿੱਚ ਤੇ 12ਵੇਂ ਵਰਸ ਦੇ ਵਿੱਚ ਵਚਨ ਕਹਿੰਦਾ ਆ, ਪਰਮੇਸ਼ਰ ਦਾ ਪ੍ਰਭੂ ਯਿਸੂ ਮਸੀਹ ਜਾ ਕੇ ਆਪਣਾ ਜਿਹੜਾ ਪਵਿੱਤਰ ਲਹੂ ਸੀਗਾ ਉਸ ਲਹੂ ਦੇ ਨਾਲ ਹੋਲੀ ਆਫ ਹੋਲੀ ਦੇ ਵਿੱਚ ਐਂਟਰ ਹੁੰਦੇ ਨੇ ਤੇ ਪ੍ਰਭੂ ਯਿਸੂ ਮਸੀਹ ਜੀ ਜਾ ਕੇ ਸਵਰਗਾਂ ਦੇ ਵਿੱਚ ਤਖਤ ਤੇ ਬੈਠ ਜਾਂਦੇ ਨੇ। ਆਮੇਨ। ਸੋ ਸੈਕੰਡ ਹੈਵਨ ਤੋਂ ਥਰਡ ਹੈਵਨ ਤੱਕ ਪ੍ਰਭੂ ਯਿਸੂ ਜਾ ਕੇ ਤਖਤ ਤੇ ਬਹਿ ਗਏ ਹੈਗੇ ਨੇ। ਇਹ ਤਾਂ ਸੀ ਪ੍ਰਭੂ ਯਿਸੂ ਮਸੀਹ ਜੀ ਚੌਥੀ ਯਾਤਰਾ। ਹੁਣ ਤਖਤ ਤੋਂ ਪ੍ਰਭੂ ਤੇ ਬਣੋ, ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਵਾਪਸ ਆਉਂਦੇ ਨੇ ਧਰਤੀ ਤੇ। ਲੇਕਿਨ ਇਹ ਜਿਹੜੀ 5ਵੀਂ ਸਟੇਜ ਹੈਗੀ ਆ, ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਆਉਂਦੇ ਜਾਂਦੇ ਰਹਿੰਦੇ ਹੈਗੇ ਨੇ।
ਪੰਜਵੀਂ ਸਟੇਜ ਜਿਹੜੀ ਹੈਗੀ ਆ ਤੇ ਪ੍ਰਭੂ ਦੇ ਬਣਾਓ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਉਸ ਤਖਤ ਤੋਂ ਹੁਣ ਗਵਰਨ ਕਰ ਰਹੇ ਨੇ ਆਪਣੇ ਚਰਚ ਨੂੰ ਤੇ ਚਰਚ ਥਾਈ ਦੀ ਦੁਨੀਆ ਨੂੰ ਤੇ ਬਹੁਤ ਦਫਾ ਪ੍ਰਭੂ ਯਿਸੂ ਮਸੀਹ ਜੀ ਪ੍ਰਗਟ ਹੁੰਦੇ ਨੇ ਇਸ ਧਰਤੀ ਤੇ। ਇਹਨਾਂ 40 ਦਿਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਤਕਰੀਬਨ 10-11 ਵਾਰ ਪ੍ਰਗਟ ਹੁੰਦੇ ਨੇ ਆਪਣੇ ਲੋਕਾਂ ਦੇ ਸਾਹਮਣੇ, ਲੋਕਾਂ ਦੇ ਚੇਲਿਆਂ ਦੇ ਸਾਹਮਣੇ। ਤੇ ਜਦੋਂ ਜਿਹੜਾ ਇੱਕ ਪ੍ਰਭੂ ਦਾ ਚੇਲਾ ਸੀਗਾ ਜਿਹਨੂੰ ਮਤਲਬ ਮਾਰ ਦਿੱਤਾ ਗਿਆ, ਸਟੀਵਨ ਦੀ ਗੱਲ ਕਰ ਰਿਹਾ ਮੈਂ, ਸਟੀਵਨ ਨੇ ਪ੍ਰਭੂ ਮਾਰਟਿਰ ਸੀਗਾ ਉਹ। ਸਟੀਵਨ ਜਦੋਂ ਉਹਨੂੰ ਪਥਰਾਓ ਕਰਕੇ ਮਾਰ ਦਿੱਤਾ ਜਾਂਦਾ ਸੀਗਾ, ਪ੍ਰਭੂ ਦੇ ਬਚਨ ਦੇ ਵਿੱਚ ਐਕਸ ਚੈਪਟਰ 7:56 ਤੁਸੀਂ ਪੜ੍ਹ ਸਕਦੇ ਹੋ ਕਿ ਉਦੋਂ ਜਦੋਂ ਉਹਦੇ ਤੇ ਪਥਰਾਓ ਹੋ ਰਿਹਾ ਸੀਗਾ, ਉਦੋਂ ਪ੍ਰਭੂ ਉਹਨੇ ਦੇਖਿਆ ਤਾਂ ਸਵਰਗ ਖੁੱਲ ਗਏ ਨੇ ਤੇ ਉਹਨੇ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਤਖਤ ਦੇ ਸੱਜੇ ਪਾਸੇ ਖੜੇ ਹੋਏ ਨੇ। ਆਮੇਨ। ਸੋ ਜਾਣੀ ਕਿ ਉੱਥੋਂ ਪ੍ਰਭੂ ਤੇ ਪਹਿਲੋਂ ਚਰਚ ਦੇ ਵਿੱਚ ਜੋ ਕੁਝ ਵੀ ਕੰਮ ਹੁੰਦਾ ਆ, ਪ੍ਰਭੂ ਯਿਸੂ ਮਸੀਹ ਇਹ ਕੰਮ ਪੂਰਾ ਕਰ ਰਹੇ ਹੈਗੇ ਨੇ। ਆਮੇਨ। ਬਹੁਤ ਦਫਾ ਦਰਸ਼ਨ ਦੇ ਰਹੇ, ਅੱਜ ਵੀ ਪ੍ਰਭੂ ਯਿਸੂ ਦਰਸ਼ਨ ਦੇ ਸਕਦੇ ਹੈਗੇ ਨੇ। ਉਸ ਤੋਂ ਇਹ ਪ੍ਰਭੂ ਯਿਸੂ ਮਸੀਹ ਦੀ ਪੰਜਵੀਂ ਸਟੇਜ ਹੈਗੀ ਆ ਪ੍ਰਾਪਤ ਕਰਨ। ਸੋ ਆਖਿਰ ਵਿੱਚ ਜਾ ਕੇ ਜਦੋਂ ਪ੍ਰਭੂ ਯਿਸੂ ਦਾ ਸੈਕੰਡ ਕਮਿੰਗ ਹੋਵੇਗੀ, ਉਦੋਂ ਫਿਰ ਉਹ ਸਵਰਗ ਤੋਂ ਉਤਰ ਕੇ ਥੱਲੇ ਆਣਗੇ। ਸੈਕੰਡ ਕਮਿੰਗ ਦੇ ਵਿੱਚ ਤੁਸੀਂ ਪ੍ਰਕਾਸ਼ ਦੀ ਪੋਥੀ 19ਵੇਂ ਚੈਪਟਰ ਵਿੱਚ ਪੜ੍ਹ ਸਕਦੇ ਹੋ, ਪ੍ਰਭੂ ਯਿਸੂ ਦਾ ਆਣਾ ਦੱਸਿਆ ਹੋਇਆ ਹੈ। ਲੇਕਿਨ ਉਹ ਤੋਂ ਬਾਅਦ ਪ੍ਰਭੂ ਦੇ ਪਹਿਲੋਂ 1000 ਸਾਲ ਦਾ ਰਾਜ ਹੋਵੇਗਾ ਤੇ ਉਹ ਤੋਂ ਬਾਅਦ ਪ੍ਰਭੂ ਦੇ ਪਹਿਲੋਂ ਵਾਈਟ ਥਰੋਨ ਦੀ ਜਜਮੈਂਟ ਹੋਏਗੀ ਤੇ ਉਸ ਜਜਮੈਂਟ ਤੇ ਜੱਜ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਸ਼ੈਤਾਨ ਨੂੰ ਜੱਜ ਕੀਤਾ ਜਾਵੇਗਾ ਤੇ ਉਹ ਫਾਲਸ ਪ੍ਰੋਫਿਟ ਨੂੰ ਜੱਜ ਕੀਤਾ ਜਾਵੇਗਾ, ਬੀਸਟ ਨੂੰ ਜੱਜ ਕੀਤਾ ਜਾਵੇਗਾ ਤੇ ਉਹਨਾਂ ਨੂੰ ਲੇਕ ਆਫ ਫਾਇਰ ਵਿੱਚ ਛੱਡ ਦਿੱਤਾ ਜਾਵੇਗਾ। ਫਿਰ ਹੈਡੀਜ਼ ਨੂੰ ਲੇਕ ਆਫ ਫਾਇਰ ਵਿੱਚ ਛੱਡ ਦਿੱਤਾ ਜਾਵੇਗਾ। ਜਿੰਨੇ ਵੀ ਲੋਕ ਹੈਡੀ ਵਿੱਚ ਹੈਗੇ ਨੇ ਉਹਨਾਂ ਸਾਰਿਆਂ ਨੂੰ ਜੱਜ ਕੀਤਾ ਜਾਵੇਗਾ, ਨਰਕ ਵਿੱਚ ਛੱਡ ਦਿੱਤਾ ਜਾਵੇਗਾ। ਫਿਰ ਇਹ ਜਿਹੜੇ ਪ੍ਰਿਜ਼ਨ ਸੀਗੇ ਆਪਾਂ ਪੜ੍ਹ ਕੇ ਗਏ ਹਾਂ ਜਿਹਦੇ ਵਿੱਚ ਬਦਬੂਆਂ ਬੰਦ ਨੇ, ਇਹਨਾਂ ਨੂੰ ਵੀ ਨਰਕ ਵਿੱਚ ਛੱਡ ਦਿੱਤਾ ਜਾਵੇਗਾ ਪ੍ਰਭੂ ਦੇ ਪਹਿਲੋਂ। ਸੋ ਇਸ ਤਰ੍ਹਾਂ ਕਰਕੇ ਉਹ ਤੋਂ ਬਾਅਦ ਪ੍ਰਭੂ ਦੇ ਪਹਿਲੋਂ ਹਮੇਸ਼ਾ ਲਈ ਆਪਾਂ ਪਰਮੇਸ਼ਰ ਦੇ ਨਾਲ ਰਾਜ ਕਰਾਂਗੇ ਇਸ ਧਰਤੀ ਤੇ ਸਾਰੇ ਯੂਨੀਵਰਸ ਦੇ ਵਿੱਚ। ਇਹ ਪ੍ਰਭੂ ਪਰਮੇਸ਼ਰ ਦੀ ਯੋਜਨਾ ਆ। ਅੱਜ ਆਪਾਂ ਦੇਖੀਏ 5 ਸਟੇਜਿਸ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਤੋਂ ਮਰਨ ਤੋਂ ਬਾਅਦ। ਪ੍ਰਭੂ ਦੇ ਪਹਿਲੋਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਨਜ਼ਰ ਨਹੀਂ ਆ ਰਹੀਆਂ, ਲੇਕਿਨ ਪਿੱਛੇ ਅਨਸੀਨ ਵਰਲਡ ਦੇ ਵਿੱਚ ਕੀ ਕੁਝ ਹੋ ਰਿਹਾ ਆ, ਬਹੁਤ ਕੁਝ ਹੋ ਰਿਹਾ ਆ, ਤਾਕਤਵਰ ਹੋ ਰਿਹਾ, ਸ਼ਕਤੀਸ਼ਾਲੀ ਚੀਜ਼ਾਂ ਹੋ ਰਹੀਆਂ ਨੇ। ਕਿੱਦਾਂ ਹੋ ਰਹੀਆਂ ਨੇ? ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ। ਅੱਜ ਪਰਮੇਸ਼ਵਰ ਦੇ ਦੂਤ ਖੜੇ ਹੋਏ ਨੇ ਕਿ ਤੁਸੀਂ ਪ੍ਰਭੂ ਦੇ ਅੱਗੇ ਕੋਈ ਪ੍ਰਾਰਥਨਾ ਕਰੋ ਤਾਂ ਕਿ ਉਹ ਉਹਦੇ ਵਿੱਚ ਤੁਹਾਡੀ ਮਦਦ ਕਰਨ। ਤੁਸੀਂ ਕੋਈ ਕਮਾਂਡ ਕਰੋ ਪਰਮੇਸ਼ਰ ਦੇ ਨਾਮ ਦੇ ਵਿੱਚ ਤਾਂ ਕਿ ਦੂਤ ਉਸ ਕਮਾਂਡ ਨੂੰ ਪੂਰਾ ਕਰ ਸਕਣ। ਆਪਾਂ ਦੂਤਾਂ ਨਾਲ ਗੱਲਬਾਤ ਨਹੀਂ ਕਰਦੇ, ਆਪਾਂ ਦੂਤਾਂ ਨੂੰ ਕਮਾਂਡ ਨਹੀਂ ਕਰਦੇ, ਆਪਾਂ ਰੱਬ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਤੇ ਬਦੂਆਂ ਨੂੰ ਕਮਾਂਡ ਕਰਦੇ ਆ ਕਿ ਨਿਕਲ ਜਾਓ ਤੇ ਬਾਕੀ ਦਾ ਕੰਮ ਜਿਹੜਾ ਦੂਤਾਂ ਨੇ ਆਪੇ ਸੰਭਾਲ ਲੈਣਾ ਹੈ। ਆਮੇਨ। ਤੁਹਾਡੀ ਜ਼ੁਬਾਨ ਦੇ ਵਿੱਚ ਸ਼ਕਤੀ ਆ। ਵਚਨ ਕਹਿੰਦਾ ਮੌਤ ਤੇ ਜੀਵਨ ਵੀ ਤੁਹਾਡੇ ਜ਼ੁਬਾਨ ਦੇ ਬਸ ਵਿੱਚ ਨੇ। ਤੇ ਹੁਣ ਯਿਸੂ ਦੇ ਨਾਮ ਦੇ ਵਿੱਚ ਤੇ ਯਿਸੂ ਦੀ ਅਥਾਰਟੀ, ਇਹ ਪਾਵਰ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਨੂੰ ਡਿਸਆਰਮ ਕਰਕੇ ਆਪਾਂ ਨੂੰ ਦੇਤੀ ਆ, ਆਪਾਂ ਨੂੰ ਆਰਮ ਕਰ ਦਿੱਤਾ ਆ। ਪ੍ਰਭੂ ਤੇ ਪੜੋ ਹੈ ਕੋਈ ਐਸੀ ਚੀਜ਼ ਜਿਹੜੀ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਿਕ ਹੋਵੇ ਤੇ ਤੁਹਾਨੂੰ ਨਾ ਮਿਲ ਸਕੇ। ਕਿੱਡੀ ਵੱਡੀ ਬਰਕਤ ਆ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਬਣੇ ਰਹੋ ਯਿਸੂ ਮਸੀਹ ਦੇ ਨਾਮ 'ਚ। ਰੱਬ ਦਾ ਵਚਨ ਪੜ੍ਹਨਾ ਬੰਦ ਨਾ ਕਰੋ, ਇਕਲੀਸੀਆ ਆਣਾ ਬੰਦ ਨਾ ਕਰੋ, ਭੈਣ ਭਰਾਵਾਂ ਦੇ ਨਾਲ ਮਿਲਣਾ ਬੰਦ ਨਾ ਕਰੋ, ਰੱਬ ਦੇ ਅੱਗੇ ਭੰਗੜੇ ਪਾਣੇ, ਗਿੱਧੇ ਪਾਣੇ ਤੇ ਉਹਦੀ ਜੈ ਜੈਕਾਰ ਕਰਨੀ ਤੇ ਉਹਨੂੰ ਸਾਰੀ ਮਹਿਮਾ ਦੇਣੀ, ਸਾਰੀ ਜਲਾਲ ਦੇਣਾ ਬੰਦ ਨਾ ਕਰੋ। ਕਿਉਂਕਿ ਇੱਕ ਦਿਨ ਆਵੇਗਾ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਨੂੰ ਲੈਣ ਵਾਸਤੇ ਆ ਜਾਵੇਗਾ। ਤੁਲੀ ਫੂਕੀ ਜਾਵੇਗੀ ਤੇ ਮੁਰਦੇ ਜਿਹੜੇ ਕਬਰਾਂ 'ਚ ਸੁੱਤੇ ਪਏ ਨੇ ਪਹਿਲਾਂ ਉਹ ਜੀ ਉੱਠਣਗੇ ਜਿੱਦਾਂ ਪਹਿਲਾਂ ਹੋਏ ਸੀ। ਫਿਰ ਆਪਾਂ ਸਾਰੇ ਜਿਹੜੇ ਚਾਹੁੰਦੇ ਆ ਇੱਕ ਅੱਖ ਦੇ ਝਪਕ ਦੇ ਸਾਰੀ ਆਪਣੇ ਸਰੀਰ ਰੈਸੂਰੈਕਟਡ ਸਰੀਰ ਵਿੱਚ ਬਦਲ ਜਾਣਗੇ ਤੇ ਆਪਾਂ ਚੱਕੇ ਜਾਵਾਂਗੇ ਤੇ ਬਦਲਾਂ ਤੇ ਮੇਲਾ ਲੱਗੇਗਾ ਤੇ ਫਿਰ ਪ੍ਰਭੂ ਯਿਸੂ ਆਪਣੀ ਦੁਲਹਨ ਨੂੰ ਲੈ ਕੇ ਸਵਰਗ 'ਚ ਜਾਣਗੇ ਪਿਤਾ ਦੇ ਸਾਹਮਣੇ ਉਹਨੂੰ ਪ੍ਰੈਜ਼ੈਂਟ ਕਰਨ ਦੇ ਵਾਸਤੇ। ਉੱਥੇ ਮੂੰਹ ਦਿਖਾਈ ਹੋਵੇਗੀ। ਪ੍ਰਭੂ ਦੇ ਭੈਣੋ, ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਦੇ ਨਾਲ ਹਮੇਸ਼ਾ ਦੇ ਵਾਸਤੇ ਬਣੀ ਰਹੇ। ਅੱਜ ਆਪਾਂ ਬਹੁਤ ਵੱਡੀ ਇਵੈਂਟ ਦੇਖੀ ਆ ਪੈਕਦਮਾਈ, ਜਿਹਦਾ ਮਤਲਬ ਆ ਸ਼ੈਤਾਨ ਨੂੰ ਬੇਸ਼ਰਮ ਕਰਕੇ ਹਾਰ ਪਹਿਨਾ ਦਿੱਤਾ ਗਿਆ ਤੁਹਾਡੇ ਖਾਤਰ, ਕਿਉਂਕਿ ਪਰਮੇਸ਼ਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ। ਵਾਹ! ਪ੍ਰਭੂ ਚ ਪਤੇ ਰਹੋ, ਜੁਗ ਜੁਗ ਜੀਓ ਯਿਸੂ ਨਾਮ ਚ। ਆਮੇਨ।